ਅੱਜ ਅਸੀਂ ਕਲਾਸ ਸਟਾਰਟ ਕਰਦੇ ਹਾਂ ਪੋਲਟਰੀ। ਠੀਕ ਤੱਕ ਆਪਾਂ ਲਾਸਟ ਕਲਾਸ 'ਚ ਕਰ ਲਿਆ ਸੀ। ਤਾਂ ਅੱਜ ਆਪਾਂ ਸਟਾਰਟ ਕਰਦੇ ਹਾਂ ਪੋਲਟਰੀ। ਤਾਂ ਪੋਲਟਰੀ ਦੇ ਵਿੱਚ ਹੋਏਗਾ ਕਿ ਬਰਡਸ, ਫਾਉਲ ਜਾਂ ਫਿਰ ਬਰਡ ਕਹਿ ਦਿੰਦੇ, ਬਰਡ ਦੀ ਟਾਈਪ 'ਚ ਹੀ ਆਉਂਦੇ ਆ। ਇਹਨਾਂ ਦੀ ਰੇਅਰਿੰਗ ਕਰੀ ਜਾਏਗੀ ਔਰ ਇਹਨਾਂ ਦੇ ਐਗਸ ਐਂਡ ਇਹਨਾਂ ਦੇ ਜਿਹੜੇ ਮਾਸ ਹੋਏਗਾ ਮੀਟਲੀ ਇਹਨਾਂ ਦੀ ਰੇਅਰਿੰਗ ਕਰੀ ਜਾਏਗੀ। ਮੇਨਲੀ ਇਹਨਾਂ ਦੇ ਜੋ ਚੀਜ਼ਾਂ ਜੋ ਫਾਉਲ ਹੈ ਜਾਂ ਪੋਲਟਰੀ ਤੋਂ ਆਪਾਂ ਨੂੰ ਦੋ ਚੀਜ਼ਾਂ ਹੀ ਮਿਲਣ ਵਾਲੀਆਂ, ਇੱਕ ਐਗ ਔਰ ਸੈਕਿੰਡ ਹੈ ਮੀਟ। ਦੋਨੋਂ ਪਰਪਸ ਲਈ ਹੀ ਆਪਾਂ ਪੋਲਟਰੀ ਫਾਰਮ ਕਰਦੇ ਹਾਂ। ਤਾਂ ਹੁਣ ਅਗਰ ਪੋਲਟਰੀ ਦੀ ਗੱਲ ਕਰਦੇ ਤਾਂ ਪੋਲਟਰੀ ਵਿੱਚ ਇਕੱਲੇ ਹੈਨ ਨਹੀਂ ਹੋਣਗੇ, ਇਸ ਤੋਂ ਇਲਾਵਾ ਹੈਨ ਤੋਂ ਇਲਾਵਾ ਡਕ ਪੋਲਟਰੀ ਦੇ ਵਿੱਚ ਕਿਹੜੀ ਕਿਹੜੀ ਵਾਲੀ ਆਉਣਗੀਆਂ, ਹੈਨ, ਡਕ, ਗੇਸ, ਟਰਕੀ। ਇਹ ਜਿਹੜੇ ਡੋਮੈਸਟਿਕ ਬਰਡ ਹੈਗੇ ਆ, ਜਿਹੜੇ ਕੈਪੇਬਲ ਨਹੀਂ ਹੁੰਦੇ ਫਲਾਈ ਕਰਨ ਦੇ, ਉੱਡ ਨਹੀਂ ਸਕਦੇ, ਤਾਂ ਇਹ ਸਾਰੇ ਕੀ ਹੈ, ਇਹਨਾਂ ਦੀ ਰੇਅਰਿੰਗ ਕਰੀ ਜਾਂਦੀ ਹੈ ਇਹਨਾਂ ਤੇ ਐਗ ਲੈਣ ਲਈ ਜਾਂ ਇਹਨਾਂ ਤੋਂ ਮੀਟ ਲੈਣ ਲਈ। ਤਾਂ ਆਪਾਂ ਦੇਖਦੇ ਹਾਂ ਕਿ ਸਭ ਤੋਂ ਵਧੀਆ ਵਾਲੀ ਕਿਹੜੇ ਵਾਲੀ ਬਰੀਡ ਹੈ। ਹੈਨ ਵਿੱਚ ਵੀ ਬਹੁਤ ਸਾਰੇ ਬਰੀਡ ਹੈ, ਡਕ ਦੀਆਂ ਬਹੁਤ ਸਾਰੇ ਬਰੀਡ ਹੈ, ਗੇਸ ਤੇ ਟਰਕੀ। ਇੰਡੀਆ ਵਿੱਚ ਮੋਸਟਲੀ ਕਿਹੜੇ ਵਾਲੀ ਹੈਨ ਚੱਲ ਰਹੀ ਹੈ, ਔਰ ਸਾਊਥ ਜਿਹੜੇ ਹੈਗੇ ਆ, ਸਾਊਥ ਈਸਟਰਨ ਪਾਰਟ ਜਿਹੜੇ ਇੰਡੀਆ ਦੇ, ਉੱਥੇ ਡਕ ਵੀ ਰੇਅਰਿੰਗ ਕਰ ਰਹੇ ਨੇ। ਲੇਕਿਨ ਆਪਣੇ ਸਾਈਡ ਤੋਂ ਮੋਸਟਲੀ ਕੀ ਹੈ, ਹੈਨ ਹੈ। ਪੰਜਾਬ ਦੇ ਏਰੀਆ ਦੇ ਵਿੱਚ ਹੈਨ ਹੀ ਹੈ ਜ਼ਿਆਦਾ। ਆਪਾਂ ਦੇਖਦੇ ਹਾਂ in our country poultry mainly means the domestication of the chicken for meat and egg। ਤਾਂ ਇਹਦੇ ਤੋਂ ਆਪਾਂ ਨੂੰ ਚਿਕਨ ਐਂਡ ਐਗ ਮਿਲੇਗਾ ਪੋਲਟਰੀ ਤੋਂ। ਤੇ ਨੈਕਸਟ ਆਪਣੇ ਕੋ ਡੋਮੈਸਟਿਕ ਫਾਉਲ ਕੈਨ ਬੀ ਕਲਾਸੀਫਾਈਡ ਇੰਡੀਜੀਨੀਅਸ ਜਾਂ ਦੇਸੀ ਆਪਾਂ ਕਹਿ ਲਈ ਬਰੀਡ ਕਿਹੜੀਆਂ ਆਪਣੇ ਕੋਲ ਪੋਲਟਰੀ ਦੇ ਵਿੱਚ। ਇਹਦੇ ਚ ਅਸੀਲ ਜਿਹੜਾ ਇੱਕ ਤਰ੍ਹਾਂ ਦਾ ਫਾਈਟਰ ਹੈ, ਫਾਈਟਰ ਬਰਡ ਹੈ। ਲੋਕ ਜਿਨ੍ਹਾਂ ਦੇ ਕੋਕ ਜਿਹੜੇ ਆਪਾਂ ਕਹਿ ਦਿੰਦੇ ਮੁਰਗੇ ਜਿਹੜੇ ਫਾਈਟਿੰਗ ਲਈ ਰੇਅਰ ਕਰੇ ਜਾਂਦੇ ਆ ਜਾਂ ਉਹਨਾਂ ਨੂੰ ਪਾਲਿਆ ਜਾਂਦਾ। ਤਾਂ ਅਸੀਲ ਇੱਕ ਏਦਾਂ ਦਾ ਜਿਹੜਾ ਕੀ ਕਰਦਾ, ਫਾਈਟ ਕਰਦਾ। ਕੋਗਸ, ਕੜਕਨਾਥ, ਬ੍ਰਹਮਾ, ਬੁਰਸਾ, ਬਲੈਕ ਬੈਂਗਲ, ਚਿਟਾਗੋਂਗ ਐਂਡ ਲਾਸਟ ਹੈ ਟੈਲਚਰੀ। ਤਾਂ ਇਹ ਸਾਰੇ ਦੇ ਸਾਰੇ ਕਿਹੜੇ ਵਾਲੇ ਆ, ਇਹ ਇੰਡੀਅਨ ਬਰੀਡਸ ਹੈਗੀਆਂ। ਤਾਂ ਇਹਦੇ ਵਿੱਚ ਜਿਹੜੇ ਸਾਰੇ ਦੇ ਸਾਰੇ ਮੀਟਲੀ ਨਹੀਂ ਹੈ, ਕੁਝ ਬਰੀਡ ਇਹਨਾਂ ਦੀ ਜਿਹੜੇ ਐਗ ਲਈ ਜ਼ਿਆਦਾ ਬੈਨੀਫਿਸ਼ੀਅਲ ਹੈ, ਤਾਂ ਉਹਨਾਂ ਨੂੰ ਐਗ ਲਈ ਉਹਨਾਂ ਦੀ ਰੇਅਰਿੰਗ ਕਰੀ ਜਾਂਦੀ ਹੈ, ਔਰ ਕੁਝ ਮੀਟ ਲਈ ਤਾਂ ਉਹਨਾਂ ਨੂੰ ਸਪੈਸ਼ਲ ਮਿਲਦੀ। ਪੋਲਟਰੀ ਬਰਡ ਜਿਹੜੀ ਮੀਟ ਲਈ ਰੇਅਰ ਕਰੇ ਜਾਂਦੇ ਆ ਜਾਂ ਜਿਨ੍ਹਾਂ ਨੂੰ ਮੀਟ ਲਈ ਪਾਲੇ ਜਾਂਦੇ ਸਪੈਸ਼ਲੀ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਬਰੋਇਲਰ ਕਹਿੰਦੇ ਹਾਂ, ਬਰੋਇਲਰ। ਔਰ ਇਹ ਪਲਾਈਮੌਥ ਰੌਕਸ, ਇਹ ਇੱਕ ਤਰ੍ਹਾਂ ਦੀ ਐਗਜ਼ੋਟਿਕ ਹੈ ਐਂਡ ਦੀ ਬਰੀਡ। ਤਾਂ ਜੋ ਬਰੋਇਲਰ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਮੀਟ ਲਈ ਸਪੈਸ਼ਲੀ ਰੇਅਰ ਕਰਿਆ ਜਾਂਦਾ, ਤਾਂ ਇਹ ਪਲਾਈਮੌਥ ਰੌਕ ਇਹ ਇੱਕ ਐਗਜ਼ੋਟਿਕ ਹੈ, ਐਗਜ਼ੋਟਿਕ ਬਰੀਡ ਹੈ ਜਿਸ ਨੂੰ ਸਪੈਸ਼ਲੀ ਉਹਨਾਂ ਦੇ ਮੀਟ ਲਈ ਹੀ ਰੇਅਰ ਕਰਿਆ ਜਾਂਦਾ। ਔਰ ਸੈਕੰਡਲੀ ਜਿਹੜੇ ਐਗ ਗਰੋਨ ਲਈ ਹੁੰਦੇ ਆ, ਗਰੋਨ ਫॉर ਐਗਸ, ਜਿਨ੍ਹਾਂ ਨੂੰ ਸਿਰਫ ਐਗ ਦੇ ਲਈ ਹੀ ਮੇਨਲੀ ਐਗ ਦੇ ਪਰਪਸ ਲਈ ਕਰਿਆ ਜਾਂਦਾ, ਤਾਂ ਉਹ ਕਿਹੜੇ ਵਾਲੇ ਹੁੰਦੇ ਆ, ਲੇਅਰਸ ਹੁੰਦੇ ਆ। ਤਾਂ ਕੁਐਸਚਨ ਪੁੱਛ ਸਕਦੇ ਕਿ ਜਿਹੜੇ ਐਗ ਨੂੰ ਲਈ ਕਰਦੇ ਆ ਜਾਂ ਐਗ ਲਈ ਜਿਨ੍ਹਾਂ ਨੇ ਸਪੈਸ਼ਲ ਗਰੋਨ ਕਰਿਆ ਜਾਂਦਾ, ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਉਹ ਕੈਟਾਗਰੀ ਹੁੰਦੀ ਲੇਅਰਸ। ਉਹ ਜਿਹੜੇ ਮੀਟ ਲਈ ਰੇਅਰ ਕਰੇ ਜਾਂਦੇ ਉਹ ਕਿਹੜੇ ਹੁੰਦੇ ਆ, ਬਰੋਇਲਰ ਹੁੰਦੇ। ਤਾਂ ਲੇਅਰਸ, ਤਾਂ ਇਹਦੇ ਲੇਅਰਸ ਦੇ ਵਿੱਚ ਕਿਹੜੇ ਵਾਲੀ ਹੈ, ਵਾਈਟ ਲੈਗ ਹੋਰਨ। ਤਾਂ ਇਹ ਮੇਨਲੀ ਯਾਦ ਰੱਖਣਾ ਆਪਾਂ ਕਿ ਬਰੋਇਲਰ ਦੇ ਵਿੱਚ ਕਿਹੜੀ ਪਲਾਈਮੌਥ ਰੌਕ, ਔਰ ਲੇਅਰਸ ਦੇ ਵਿੱਚ ਕਿਹੜੀ ਵਾਈਟ ਲੈਗ ਹੋਰਨ। ਇਹ ਦੋਨੋਂ ਦੇ ਦੋਨੋਂ ਹੀ ਐਗਜ਼ੋਟਿਕ ਹੈ ਆਪਣੇ ਕੋਲ ਬਰੀਡ, ਇਹ ਇੰਡੀਅਨ ਨਹੀਂ ਹੈ ਜਿਨ੍ਹਾਂ ਨੂੰ ਆਪਾਂ ਐਗ ਐਂਡ ਮੀਟ ਲਈ ਯੂਜ਼ ਕਰਦੇ। ਤੇ ਇੰਡੀਅਨ ਬਰੀਡ ਸਲੋ ਗਰੋਨ ਔਰ ਇਹਨਾਂ ਲੈਸ ਐਫੀਸ਼ੀਐਂਸੀ, ਔਰ ਇਹਨਾਂ ਦੇ ਐਗ ਜਿਹੜੇ ਆ ਉਹ ਬਹੁਤ ਘੱਟ ਹੈ, ਪਰ ਈਅਰ 60 ਐਗ ਪਰ ਈਅਰ। ਤਾਂ ਇਸ ਈਲਡ ਦੇ ਨਾਲ ਤਾਂ ਬੈਨੀਫਿਟਸ ਹੋਣ ਨਹੀਂ ਵਾਲੇ, ਤੇ ਇਸ ਲਈ ਕੀ ਐਗਜ਼ੋਟਿਕ ਜਿਹੜੀ ਬਰੀਡ ਹੈ ਉਹਨਾਂ ਨੂੰ ਹੀ ਰੇਅਰ ਕਰਿਆ ਜਾਂਦਾ। ਨੈਕਸਟ ਹੈ ਐਗਜ਼ੋਟਿਕ ਬਰਡ ਵਾਈਟ ਲੈਗਰਨ, ਜਿਨ੍ਹਾਂ ਨੂੰ ਆਪਾਂ ਐਗ ਵਾਸਤੇ ਸਪੈਸ਼ਲੀ ਆਪਾਂ ਕਰ ਰਹੇ ਹਾਂ, ਐਗ ਲੈਣ ਲਈ।
और नेक्स्ट है रोड आइलैंड रैड प्लाईमाउथ रॉक। ਇਹ ਕਿਸ ਲਈ ਹੈ? ਇਹ ਇੱਕ ਤਾਂ ਬਰੋਲਰ ਦੀ ਹੀ ਇੱਕ ਬਰੀਡ ਹੈ, ਬਰੋਲਰ, ਇਸ ਤੋਂ ਕੀ ਸਪੈਸ਼ਲੀ ਨੂੰ ਮੀਟ ਲਈ ਗਰੋ ਕਰਿਆ ਜਾ ਰਿਹਾ। ਨੈਕਸਟ ਹੈ ਹੈਮਪਸ਼ਾਇਰ। ਬਸ ਮੇਨਲੀ ਵਾਈਟ ਲੈਂਗਰਨ ਐਂਡ ਪਲਾਈਮਾਊਥ ਯਾਦ ਕਰਨਾ, ਬਹੁਤ ਸਾਰੇ ਬਰੀਡ ਦੇ ਰੱਖੇ ਹੈ, ਇੰਨਾ ਸਾਰਾ ਕਰਨ ਦੀ ਲੋੜ ਨਹੀਂ ਹੈ। ਜਿੱਦਾਂ ਫਾਈਟਿੰਗ ਪੁੱਛ ਲਿਆ, ਫਾਈਟਿੰਗ ਵਾਸਤੇ ਕਿਹੜਾ ਅਸੀਲ ਹੈ, ਬਰੋਲਰ ਵਾਸਤੇ ਕਿਹੜੇ ਵਾਲਾ ਆਪਣੇ ਕੋਲ ਪਲਾਈਮਾਊਥ ਰੋ, ਔਰ ਜਿਹੜੇ ਐਗ ਵਾਸਤੇ ਸਪੈਸ਼ਲੀ ਕਰ ਰਹੇ ਹੋ ਕਿਹੜੇ ਹੈ, ਵਾਈਟ ਲੈਂਗਰਨ ਲੈਗ ਹੋਰਨ। ਤੇ ਨੈਕਸਟ ਆਪਣੇ ਕੋਲ ਇਹਨਾਂ ਦੇ ਜਿਹੜੇ ਐਗਜ਼ੋਟਿਕ ਬਰੀਡ ਦੀ ਕੀ ਕਰੀ ਜਾਂਦੀ ਹੈ, ਇਹਨਾਂ ਤੇ ਕ੍ਰੋਸ ਮੈਟਿੰਗ ਕਰਾਈ ਜਾਂਦੀ ਹੈ, ਕ੍ਰੋਸ ਬਰੀਡ ਇਹਨਾਂ ਤੋਂ ਤਿਆਰ ਕਰੀ ਜਾਂਦੀ ਹੈ, ਤਾਂ ਕਿ ਇਹਨਾਂ ਦੇ ਵਿੱਚੋਂ ਕੀ ਹੈ ਜੋ ਬੈਟਰ ਕੁਆਲਿਟੀ ਬਣ ਸਕੇ ਜਾਂ ਇਸ ਤੋਂ ਬੈਟਰ ਵਾਲੀ ਬਰੀਡ ਤਿਆਰ ਹੋ ਸਕੇ, ਜਿਨ੍ਹਾਂ ਦੇ ਚ ਹਾਈ ਨਿਊਟ੍ਰੀਟਿਵ ਵੈਲਿਊ ਹੋਏ, ਜਾਂ ਉਹਨਾਂ ਦਾ ਕਹਿ ਸਕਦੇ ਹਾਂ ਐਗ ਐਫੀਸ਼ੀਐਂਸੀ ਜ਼ਿਆਦਾ ਹੋ ਜੇ, ਜਾਂ ਉਹਨਾਂ ਦੇ ਗਰੋ ਕਰਨ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਲੈਸ ਹੋਏ, ਤਾਂ ਇਹਨਾਂ ਦੇ ਕੀ ਕਰਾਇਆ ਜਾਂਦਾ, ਕ੍ਰੋਸ ਬਰੀਡਿੰਗ ਕਰਾ ਕੇ। ਤਾਂ ਹੈਟੇਰੋਸਿਸ ਉਦੋਂ ਹੀ ਹੋਏਗੀ ਜਦੋਂ ਕੀ ਹੋਏਗੀ, ਕ੍ਰੋਸ ਬਰੀਡਿੰਗ ਕਰਾਈ। ਨੈਕਸਟ ਹੈ ਡਕ। ਡਕ ਨੂੰ ਆਪਾਂ ਜੋ ਉਹਦਾ ਜੂਲੌਜੀਕਲ ਨੇਮ ਹੈ ਉਹ ਕੀ ਹੈ, ਐਨਸ। ਡਕ ਨੂੰ ਕੀ ਕਹਿੰਦੇ ਐਨਸ, ਔਰ ਮੋਸਟਲੀ ਇਹ ਸਾਊਥਰਨ ਔਰ ਈਸਟਰਨ ਇੰਡੀਆ ਦੇ ਪਾਰਟ ਦੇ ਵਿੱਚ ਹੀ ਹੈ। ਤਾਂ ਇਸ ਦੇ 20 ਬਰੀਡਸ ਆ। ਤਾਂ ਇਸ ਦੀ ਜੋ ਕਾਮਨ ਬਰੀਡ ਜਿਹੜੀ ਇੰਡੀਆ ਦੇ ਵਿੱਚ ਆ ਕਿਹੜੇ ਵਾਲੀ ਹੈ, ਰਨਰ, ਸਾਇਲੈਂਟ, ਮੈਟਾ ਐਂਡ ਲਾਸਟ ਹੈ ਨਗੇਸ਼ਵਰੀ। ਜਿੱਦਾਂ ਐਗਜ਼ੋਟਿਕ ਬਰੀਡ ਇਨਕਲੂਡ, ਐਗਜ਼ੋਟਿਕ ਦੇ ਵਿੱਚ ਕਿਹੜੀਆਂ ਕਿਹੜੀਆਂ ਹੈਗੀਆਂ ਮੇਨਲੀ ਯਾਦ, ਬਸ ਆਪਣੇ ਕੋਲ ਅਗਰ ਆਏਗਾ ਤਾਂ ਪੋਲਟਰੀ ਤੋਂ ਉੱਪਰ ਵਾਲੀਆਂ ਹੀ ਆ ਜਾਣੀਆਂ, ਇੰਨਾ ਜ਼ਿਆਦਾ ਨਹੀਂ ਹੈ। ਔਰ ਬਾਕੀ ਟਾਈਪਸ ਪੁੱਛ ਸਕਦੇ ਕਿ ਪੋਲਟਰੀ ਦੇ ਵਿੱਚ ਕਿਹੜੇ ਕਿਹੜੇ ਵਾਲੀਆਂ, ਡਕ ਆਉਂਦੇ ਆ, ਗੀਸ ਆਏਗੀ ਜਿਸ ਨੂੰ ਆਪਾਂ ਅਮਸੇਰ ਕਹਿੰਦੇ ਆ। ਇਹਦੀਆਂ ਦੋ ਹੀ ਕਾਮਨ ਵੈਰਾਈਟੀਜ਼ ਹੈਗੀਆਂ, ਕਿਹੜੇ ਕਿਹੜੇ ਵਾਲੀਆਂ, ਬਰਾਊਨ ਐਂਡ ਵਾਈਟ। ਔਰ ਲਾਸਟ ਹੈ ਟਰਕੀ। ਟਰਕੀ ਕੀ ਹੈ, ਇਹ ਵੀ ਇੱਕ ਡੋਮੈਸਟਿਕ, ਇਹਨਾਂ ਨੂੰ ਬਹੁਤ ਪਹਿਲਾਂ ਤਾਂ ਇੰਨਾ ਜ਼ਿਆਦਾ ਟਰਕੀ ਬਾਰੇ ਪਤਾ ਨਹੀਂ ਸੀ, ਲੇਕਿਨ ਹੁਣ ਇਹਦੀ ਵੀ ਰੇਅਰਿੰਗ ਕਰਨ ਲੱਗ ਗਏ ਲੋਕ। ਤਾਂ ਇਸ ਦੇ ਜਿਹੜੇ ਕੁਝ ਬਰੀਡ ਹੈਗੀਆਂ, ਬ੍ਰਿਟਿਸ਼ ਵਾਈਟ ਹੈ, ਬਰੋਡ ਬ੍ਰੇਸਟਡ ਬ੍ਰੌਂਜ਼। ਇਹਨਾਂ ਦੇ ਮੇਨਲੀ ਜਿਹੜੀ ਆਪਾਂ ਬਰੀਡ ਦੀ ਗੱਲ ਕਰਦੇ ਹਾਂ, ਬਰੀਡ ਤੇ ਇਹਨਾਂ ਜ਼ਿਆਦਾ ਕੁਐਸਚਨ ਨਹੀਂ ਆਉਣ ਵਾਲਾ। ਕੁਐਸਚਨ ਆਪਾਂ ਨੂੰ ਇਹਨਾਂ ਦੇ ਜੋ ਡਿਸੀਜ਼ਸ ਆ ਜਾਂ ਇਹਨਾਂ ਤੇ ਜੋ ਵਾਇਰਸ ਅਟੈਕ ਕਰਦੇ ਆ ਉਹਨਾਂ ਤੇ ਕੁਐਸਚਨ ਆ ਸਕਦਾ ਪੋਲਟਰੀ ਤੇ, ਔਰ ਆਉਂਦਾ ਵੀ ਰਿਹਾ ਕੁਐਸਚਨ। ਪੋਲਟਰੀ ਬਾਰੇ ਬਸ ਨੌਲੇਜ ਹੋਣਾ ਕਿ ਪੋਲਟਰੀ ਹੈ ਕੀ, ਇਸ ਦੇ ਵਿੱਚ ਕਿਸ ਕਿਸ ਚੀਜ਼ ਦੀ ਰੇਅਰਿੰਗ ਹੁੰਦੀ ਹੈ, ਔਰ ਕੀ ਪੁਆਇੰਟ ਦੇਖੋ ਬਸ, ਅਸੀਲ ਜਿੱਦਾਂ ਹੋ ਗਿਆ, ਬਰੋਲਰ ਕਿਹੜੇ ਵਾਲੀ ਹੈ, ਔਰ ਐਗ ਲਈ ਕਿਹੜੇ ਵਾਲੀ ਗਰੋਨ ਕਰੀ ਜਾ ਰਹੀ ਹੈ, ਇਹਦੇ ਚ ਬਸ ਇਹੀ ਇੰਪੋਰਟੈਂਟ ਹੈ। ਔਰ ਨੈਕਸਟ ਵਾਲੇ ਇੰਪੋਰਟੈਂਟ ਹੈ ਇਹਨਾਂ ਦੇ, ਜੋ ਇਹਨਾਂ ਤੋਂ ਇਹਨਾਂ ਡਿਸੀਜ਼ਸ ਹੁੰਦੀਆਂ, ਕਾਮਨ ਡਿਸੀਜ਼ ਆਫ ਪੋਲਟਰੀ। ਤਾਂ ਇਹ ਮੋਸਟਲੀ ਇੱਥੇ ਕੁਐਸਚਨ ਆ ਜਾਂਦਾ ਹੈ। ਵਾਈਲਡ ਡਿਸੀਜ਼, ਫਾਊਲ ਪੌਕਸ ਜਾਂ ਬਰਡ ਫਲੂ। ਬਰਡ ਫਲੂ ਕਿਹੜੇ ਵਾਲੇ ਵਾਇਰਸ ਕਰਕੇ ਹੋ ਰਿਹਾ, H5N1 ਵਾਇਰਸ ਕਰਕੇ, H5N1 ਵਾਇਰਸ ਕਰਕੇ। ਇਹਦੇ ਚ ਹੋਏਗਾ ਕਿ ਇਨਫੈਕਸ਼ੀਅਸ ਬ੍ਰੌਂਕਿਟ, ਲਿੰਫੋਇਡ, ਲਿਊਕੋਸਿਸ ਐਂਡ ਰਾਣੀਖੇਤ। ਰਾਣੀਖੇਤ ਬਹੁਤ ਸਾਰਾ ਪੁੱਛਿਆ ਜਾਂਦਾ ਕਿ ਰਾਣੀਖੇਤ ਕਿਹੜੇ ਵਾਲੀ ਹੈ, ਨਿਊਕਾਸਲ ਡਿਸੀਜ਼ ਹੈ ਜਿਹੜੀ ਕਿਹਨਾਂ ਨੂੰ ਹੋਏਗੀ, ਕਿ ਕਿਹਦੇ ਚ ਹੋਏਗੀ, ਪੋਲਟਰੀ ਦੇ ਵਿੱਚ। ਰਾਣੀਖੇਤ ਪੁੱਛ ਲੈਂਦੇ ਕਿ ਰਾਣੀਖੇਤ ਡਿਸੀਜ਼ ਕਿਹੜੇ ਵਾਲੀ ਹੈ, ਪੋਲਟਰੀ ਚ ਹੋਣ ਵਾਲੀ ਇੱਕ ਇਨਫੈਕਸ਼ਨ ਹੈ। ਤੇ ਸਾਰੇ ਕਿਹੜੇ ਵਾਇਰਲ ਡਿਸੀਜ਼ ਹੈਗੀਆਂ ਪੋਲਟਰੀ ਤੋਂ। ਰਾਣੀਖੇਤ ਇੱਕ ਤਰ੍ਹਾਂ ਦੇ ਵਾਇਰਲ ਡਿਸੀਜ਼ ਹੈ। ਵਾਇਰਲ ਡਿਸੀਜ਼ ਜਿਹੜੀ ਪੋਲਟਰੀ ਦੀਆਂ ਦੇਖ ਲਓ, ਫਾਊਲਪੌਕਸ, ਬਰਡ ਫਲੂ ਹੋ ਗਿਆ, ਇਨਫੈਕਸ਼ੀਅਸ ਬ੍ਰੌਂਕਿਟਸ, ਲਿੰਫੋਇਡ ਲਿਊਕੋਸਿਸ ਐਂਡ ਲਾਸਟ ਵਾਲੀ ਕਿਹੜੀ ਹੈ, ਰਾਣੀਖੇਤ। ਇਹ ਸਾਰੇ ਦੀ ਸਾਰੀ ਜਿਹੜੀ ਡਿਸੀਜ਼ ਦੇ ਰੱਖੀਆਂ ਇਹ ਕਿਹੜੇ ਵਾਲੀਆਂ, ਇਹ ਆਪਣੇ ਕੋਲ ਡਿਸੀਜ਼ ਹੈਗੀਆਂ ਜਿਹੜੇ ਵਾਇਰਲ ਵਾਇਰਸ ਕਰਕੇ ਹੋ ਰਹੀਆਂ। ਨੈਕਸਟ ਆਪਣੇ ਬੈਕਟੀਰੀਅਲ ਡਿਸੀਜ਼, ਕਾਲ ਕੋਲੇਰਾ, ਫਲੋਰਮ, ਕੋਰੀਜ਼ਾ, ਮਾਈਕੋਪਲਾਜ਼ਮੋਸਿਸ ਐਂਡ ਸਪਾਇਰੋਕੈਟੋਸਿਸ। ਤਾਂ ਇਹ ਜਿਹੜੀਆਂ ਆਪਣੇ ਕੋਲ ਬੈਕਟੀਰੀਅਲ ਡਿਸੀਜ਼ ਆ ਤਾਂ ਔਰ ਵਾਇਰਲ ਡਿਸੀਜ਼। ਤਾਂ ਵਾਇਰਲ ਡਿਸੀਜ਼ ਤੇ ਮੋਸਟਲੀ ਕੁਐਸਚਨ ਆ ਜਾਂਦਾ, ਲੇਕਿਨ ਆਪਾਂ ਨੂੰ ਯਾਦ ਕਰਨਾ ਪਏਗਾ ਬੈਕਟੀਰੀਅਲ ਡਿਸੀਜ਼ ਵੀ। ਉਹ ਲਾਸਟ ਵਾਲੀ ਕਿਹੜੀ ਹੈ, ਫੰਗਲ ਡਿਸੀਜ਼। ਤਾਂ ਫੰਗਲ ਡਿਸੀਜ਼ ਦੇ ਵਿੱਚ ਅਸਪਰਜਿਲਸ ਜਲਸਿਸ ਨਾਮ ਦੀ ਜਿਹੜੀ ਆਪਣੇ ਕੋਲ ਫੰਗਸ ਹੁੰਦੀ ਹੈ ਉਹੀ ਇਹਦੇ 'ਚ ਕੀ ਕਰਦੀ, ਫੰਗਲ ਡਿਸੀਜ਼ ਨੂੰ ਪੈਦਾ ਕਰੇਗੀ। ਔਰ ਨੈਕਸਟ ਹੈ ਬਰੂਰੋ ਨਮੋਨੀਆ, ਐਸਪਰਜਿਲੋਸਿਸ ਐਂਡ ਥ੍ਰਸ਼।
ਇਹ ਸਾਰੀਆਂ ਕਿਹਦੇ ਕਰਕੇ ਹੋਣ ਵਾਲੀਆਂ, ਇਹ ਸਾਰੀਆਂ ਤੇ ਸਾਰੀਆਂ ਫੰਗਲ ਡਿਸੀਜ਼ ਆ ਜੋ ਫੰਗਸ ਕਰਕੇ ਪੋਲਟਰੀ ਦੇ ਵਿੱਚ ਹੁੰਦੀਆਂ। ਤਾਂ ਡਿਸੀਜ਼ ਨੂੰ ਥੋੜਾ ਧਿਆਨ ਦੇ ਲੈਣਾ ਕਿ ਵਾਇਰਲ ਡਿਸੀਜ਼ ਕਿਹੜੀਆਂ ਕਿਹੜੀਆਂ, ਬੈਕਟੀਰੀਅਲ ਕਰਕੇ ਹੋਣ ਵਾਲੀ ਡਿਸੀਜ਼ ਕਿਹੜੀਆਂ, ਔਰ ਲਾਸਟ ਹੈ ਫੰਗਲ ਡਿਸੀਜ਼। ਲਾਸਟ ਹੈ ਸੈਰੀਕਲਚਰ। ਨੈਕਸਟ ਸੈਰੀਕਲਚਰ ਤਾਂ ਪੁੱਛ ਲੈਂਦੇ ਕਿ ਓਰੀਜਨ ਕਿੱਥੋਂ ਸੀ। ਸਭ ਤੋਂ ਪਹਿਲਾਂ ਜਿਹੜਾ ਸੈਰੀਕਲਚਰ ਕਿੱਥੇ ਹੋਇਆ ਸੀ, ਚਾਈਨਾ ਦੇ ਵਿੱਚ। ਚਾਈਨਾ ਦੇ ਵਿੱਚ ਹੋਇਆ ਸੀ, ਔਰ ਇਸ ਦਾ ਜੋ ਆਪਾਂ ਕਹਿ ਲਈਏ ਜੋ ਹਿਸਟਰੀ ਆ ਬਹੁਤ ਪੁਰਾਣੀ ਹੈ। 2697 BC ਬਿਫੋਰ ਕ੍ਰਾਈਸਟ, ਲਗਭਗ 4500 ਸਾਲ ਪਹਿਲਾਂ ਦੀ ਜਿਹੜੀ ਹੈ ਉਹ ਚਾਈਨਾ ਦੇ ਵਿੱਚ ਇਸ ਦੀ ਡਿਸਕਵਰੀ ਹੋਈ ਸੀ। ਸੈਰੀਕਲਚਰ ਕਹਿ ਲਈਏ ਜਾਂ ਸਿਲਕ ਦੀ, ਸਿਲਕ 4500 ਸਾਲ ਪਹਿਲਾਂ ਸਿਲਕ ਦੀ ਡਿਸਕਵਰੀ ਹੋ ਗਈ ਸੀ ਚਾਈਨਾ ਦੇ ਵਿੱਚ। ਔਰ ਇੰਡੀਆ ਦੇ ਵਿੱਚ ਜਿਹੜੇ ਸਭ ਤੋਂ ਲਾਰਜ ਪ੍ਰੋਡਿਊਸਰ ਹੈਗੀ ਹੈ ਸਟੇਟ ਕਿਹੜੇ ਵਾਲੀ ਆ, ਉਹ ਮਿਜ਼ੋ ਕਰਨਾਟਕਾ ਦੇ ਵਿੱਚ ਹੈ। ਔਰ ਇਹ ਇੱਦਾਂ ਦੀ ਸਟੇਟ ਹੈ ਜਿਹੜੀ ਸਿਲਕ ਨੂੰ ਸਭ ਤੋਂ ਜ਼ਿਆਦਾ ਪ੍ਰੋਡਿਊਸ ਕਰ ਰਹੀ ਹੈ ਇੰਡੀਆ ਦੇ ਵਿੱਚ। ਔਰ ਸੈਰੀਕਲਚਰ ਹੈ ਕਿ ਪ੍ਰੋਡਕਸ਼ਨ ਆਫ ਸਿਲਕ, ਪ੍ਰੋਡਕਸ਼ਨ ਆਫ ਸਿਲਕ। ਔਰ ਇਸ ਨੂੰ ਪ੍ਰੋਡਿਊਸ ਕਰਨ ਵਾਲਾ ਕਿਹੜਾ ਹੁੰਦਾ, ਸਿਲਕ ਵਰਮ ਹੁੰਦਾ। ਸਿਲਕ ਵਰਮ ਹੋਏਗਾ, ਸਿਲਕ ਵਰਮ ਫੀਡ ਕਰਦਾ ਮਲਬਰੀ ਪਲਾਂਟ ਹੋਏਗਾ। ਮਲਬਰੀ ਪਲਾਂਟ ਤੇ ਜਿਹੜੇ ਲੀਵ ਹੋਣਗੇ ਉਹ ਤੋਂ ਫੀਡ ਕਰੇਗਾ ਤੇ ਉੱਥੇ ਆਪਣੇ ਐਗ ਦਿੰਦਾ, ਔਰ ਬਾਕੀ ਦਾ ਪੂਰਾ ਲਾਈਫ ਸਾਈਕਲ ਜਿਹੜਾ ਕੰਪਲੀਟ ਕਰੇਗਾ ਉਸ ਪਲਾਂਟ ਦੇ ਉੱਪਰ ਹੀ, ਤਾਂ ਉੱਥੋਂ ਆਪਾਂ ਨੂੰ ਸਿਲਕ ਮਿਲੇਗੀ। ਲੇਕਿਨ ਉਹ ਸਾਰਾ ਪ੍ਰੋਸੈਸ ਆਪਾਂ ਦੇਖਦੇ ਹਾਂ ਕਿੱਦਾਂ ਕਿੱਦਾਂ ਹੋਏਗਾ। ਲੇਕਿਨ ਜੋ ਸਿਲਕ ਵਰਮ ਹੈ ਉਹ ਕਿਸ ਪਲਾਂਟ ਤੇ ਰਹਿ ਕੇ ਫੀਡ ਕਰ ਰਿਹਾ, ਉਸ ਅਕੋਰਡਿੰਗ ਜੋ ਸਿਲਕ ਦੀ ਕੁਆਲਿਟੀ ਹੈ ਉਹਦੇ ਤੇ ਡਿਪੈਂਡ ਕਰੇਗੀ। ਤੇ ਇੰਡੀਆ ਦੇ ਵਿੱਚ 5 ਟਾਈਪ ਦੀ ਜਿਹੜੀ ਹੈ ਇਨ ਇੰਡੀਆ, ਇੱਥੇ 5 ਟਾਈਪ ਦੀ ਜਿਹੜੀ ਹੈਗੀ ਹੈ, all 5 types of silk is trade। ਪੰਜੋ ਤੋਂ ਪੰਜੋ ਟਾਈਪ ਜਿਹੜੀਆਂ ਹੈਗੀਆਂ ਉਹ ਇੰਡੀਆ ਦੇ ਵਿੱਚ ਰੇਅਰ ਕਰੀਆਂ ਜਾਂਦੀਆਂ, ਉਹਨਾਂ ਦੀ ਰੇਅਰਿੰਗ ਹੋ ਰਹੀ ਹੈ। ਤਾਂ ਇਹ ਪੰਜੋ ਟਾਈਪ ਕਿਹੜੀਆਂ ਕਿਹੜੀਆਂ ਹੈਗੀਆਂ, ਜਾਂ ਪੰਜੋ ਤੋਂ ਪੰਜੋ ਜਿਹੜੀਆਂ ਆਪਣੇ ਕੋਲ ਜੋ ਸਿਲਕ ਹੈਗੀ ਕਿਹੜੀ ਕਿਹੜੀ ਹੈ, ਮਲਬਰੀ ਸਿਲਕ ਵੋਮ। ਮਲਬਰੀ ਸਿਲਕ ਵੋਮ ਜਿਹੜਾ ਇਹ ਕਿਹੜੇ ਵਾਲਾ, ਇਸ ਦਾ ਜੋ ਸੈਕਿੰਡ ਨਾਮ ਹੈ ਉਹ ਕੀ ਕਹਿੰਦੇ ਆ, ਬੋਮਬਿਕਸ ਮੋਰੀ। ਇਹ ਮਲਬਰੀ ਤੇ ਰਹੇਗਾ, ਮਲਬਰੀ ਪਲਾਂਟ ਜਿਹੜਾ ਉਹਦੇ ਤੇ ਰਹੇਗਾ। ਔਰ ਇੱਥੇ ਜੋ ਸਿਲਕ ਹੋਏਗੀ ਉਹ ਸਭ ਤੋਂ ਬੈਸਟ ਵਾਲੀ ਹੋਏਗੀ ਸਿਲਕ, ਮਲਬਰੀ ਸਿਲਕ। ਇਹ ਸਭ ਤੋਂ ਬੈਸਟ ਕੁਆਲਿਟੀ ਹੈ ਸਿਲਕ ਵਿੱਚੋਂ। ਅਗਰ ਆਪਾਂ ਪੰਜੋ ਟਾਈਪ ਦੇਖਦੇ ਹਾਂ ਤਾਂ ਸਭ ਤੋਂ ਬੈਸਟ ਵਾਲੀ ਕਿਹੜੀ ਹੈ, ਮਲਬਰੀ ਸਿਲਕ, ਸਭ ਤੋਂ ਬੈਸਟ ਕੁਆਲਿਟੀ। ਮਲਬਰੀ ਜਿਹੜਾ ਪਲਾਂਟ ਹੈ ਇਹ ਹੁੰਦਾ ਕੀ ਆ, ਸ਼ਹਿਤੂਤ ਸੁਣਿਆ ਹੋਇਆ ਹੋਏਗਾ, ਸ਼ਹਿਤੂਤ। ਇਹ ਸ਼ਹਿਤੂਤ ਇੱਕ ਤਰ੍ਹਾਂ ਦਾ ਫਰੂਟ ਹੀ ਤੇ ਲੱਗਦੇ ਆ, ਜੋ ਉੱਧਰ ਸੀਡ ਹੁੰਦੇ ਜਾਂ ਆਪਾਂ ਕਹਿ ਲਈਏ। ਤਾਂ ਇਹ ਉਸ ਪਲਾਂਟ ਦੇ ਉੱਪਰ ਰਹਿ ਕੇ ਜੋ ਮਲਬਰੀ ਹੈ ਸਿਲਕ ਵਰਮ, ਇਹ ਕੀ ਕਰੇਗਾ, ਆਪਣਾ ਲਾਈਫ ਸਾਈਕਲ ਉੱਤੇ ਕੰਪਲੀਟ ਕਰੇਗਾ ਤਾਂ ਉੱਥੋਂ ਆਪਾਂ ਨੂੰ ਸਿਲਕ ਮਿਲੇਗੀ। ਔਰ ਨੀਚੇ ਪੂਰਾ ਸਾਈਕਲ ਦੇ ਰੱਖਿਆ ਤੇ ਆਪਾਂ 1 by 1 ਡਿਸਕਸ ਕਰਾਂਗੇ ਕਿੱਦਾਂ ਸਾਰਾ ਸਾਈਕਲ ਚੱਲ ਰਿਹਾ। ਨੈਕਸਟ ਹੈ ਟਾਸਰ ਸਿਲਕ ਵਰਮ। ਇਹ ਸੈਕਿੰਡ ਟਾਈਪ ਹੈਗਾ ਵਰਮ ਹੈ। ਪਹਿਲਾਂ ਮਲਬਰੀ ਸਿਲਕ ਵਰਮ, ਮਲਬਰੀ ਵਾਲੇ ਨੇ ਤਾਂ ਮਲਬਰੀ ਪਲਾਂਟ ਤੇ ਹੀ ਰਹਿਣਾ। ਟਾਸਰ ਸਿਲਕ ਵਰਮ ਜਿਹੜਾ, ਇਸ ਦਾ ਨਾਮ ਕੀ ਹੈ, ਅੰਥੇਰੀਆ ਮਲਿਟਾ। ਤਾਂ ਇਹ ਕਿੱਥੇ ਕਰੇਗਾ, ਇਹ ਅਰਜੁਨ ਐਂਡ ਅਸਾਨ, ਫੀਡ ਔਨ ਅਸਾਨ ਐਂਡ ਅਰਜੁਨ ਇਸ ਪਲਾਂਟ ਤੇ ਕਰੇਗਾ। ਔਰ ਜੋ ਸਿਲਕ ਹੋਏਗੀ ਉਹ ਕਿਹੜੀ ਹੋਏਗੀ, ਟਾਸਰ ਸਿਲਕ ਹੋਏਗੀ। ਨੈਕਸਟ ਹੈ ਓਕ ਟਾਸਰ ਸਿਲਕ ਵਰਮ। ਓਕ ਦੇ ਜਿਹੜੇ ਪਲਾਂਟ ਜੋ ਫੀਡ ਕਰ ਰਿਹਾ ਤਾਂ ਓਕ ਵਾਲੀ ਕਿਹੜੀ ਹੋਏਗੀ ਉੱਥੋਂ, ਓਕ ਟਾਸਰ ਸਿਲਕ। ਅਗਰ ਓਕ ਦੇ ਪਲਾਂਟ ਤੋਂ ਸਿਲਕ ਵਰਮ ਜੋ ਹੈ
ਉਹ ਫੀਡ ਕਰ ਰਿਹਾ ਤਾਂ ਉੱਥੋਂ ਹੋਣ ਵਾਲੀ ਜਿਹੜੀ ਸਿਲਕ ਹੋਏਗੀ ਉਹ ਕਿਹੜੀ ਵਾਲੀ ਹੋਏਗੀ, ਓਕ ਟਾਸਰ ਸਿਲਕ। ਨੈਕਸਟ ਹੈ ਏਰੀਚਾ ਅਰੰਡੀ ਸਿਲਕ ਵਰਮ, ਇਸ ਦਾ ਨਾਮ ਕੀ ਹੈ, ਅਟੈਕਸ ਰਿਚਨਾਈ। ਤੇ ਇਹ ਕਿੱਥੇ ਕਰੇਗਾ, ਕਾਸਟਰ ਪਲਾਂਟ ਤੇ ਕੀ ਕਰੇਗਾ, ਫੀਡ ਕਰੇਗਾ, ਔਰ ਉੱਥੋਂ ਜੋ ਆਪਣੇ ਕੋਲ ਸਿਲਕ ਹੋਏਗੀ ਉਹ ਕਿਹੜੀ ਵਾਲੀ ਹੋਏਗੀ, ਐਰੀ ਸਿਲਕ ਹੋਏਗੀ। ਤੇ ਆਪਣੇ ਕੋਲ 4 ਟਾਈਪ ਹੋ ਗਏ। ਤੇ ਲਾਸਟ ਵਨ ਕਿਹੜੀ ਹੈਗੀ ਹੈ, ਮੂਗਾ ਸਿਲਕ ਵਰਮ, ਅੰਥੇਰੀਆ ਅਸਾਮਾ। ਤੇ ਇਹ ਕਿੱਧਰ ਤੇ ਲੀਵ ਕਰੇਗਾ, ਇਹ ਲੀਵ ਕਰੇਗਾ ਸੈਮ ਐਂਡ ਸੋਲੂ, ਫੀਡ ਔਨ ਏ aromatic leaves of ਸੈਮ ਐਂਡ ਸੋਲੂ। ਤੇ ਇੱਥੋਂ ਜੋ ਆਪਣੇ ਕੋਲ ਸਿਲਕ ਹੋਏਗੀ ਉਹ ਕਿਹੜੀ ਵਾਲੀ ਹੋਏਗੀ, ਮੂਗਾ ਸਿਲਕ। ਮੇਨਲੀ ਮਲਬਰੀ ਪਲਾਂਟ ਹੀ ਹੁੰਦਾ ਹੈਗਾ। ਇੱਥੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਦੇ ਰੱਖਿਆ ਆਪਣੇ ਕੋਲ ਕਿ 5 ਟਾਈਪ ਹੈਗੀਆਂ ਆਪਣੇ ਕੋਲ ਸਿਲਕ ਦੀਆਂ, ਔਰ ਪੰਜੋ ਟਾਈਪ ਜਿਹੜੀਆਂ ਹੈਗੀਆਂ ਇਹ ਡਿਪੈਂਡ ਕਰਦੇ ਕਿ ਕਿਹੜੇ ਵਾਲਾ ਵਰਮ ਹੈ, ਸਿਲਕ ਵਰਮ ਹੈ, ਔਰ ਕਿਸ ਪਲਾਂਟ ਤੇ ਫੀਡ ਕਰਦਾ ਹੈ। ਜਿਹੜਾ ਟਾਸਰ ਸਿਲਕ ਵਰਮ ਆਸਾਨ ਤੇ ਅਰਜੁਨ ਤੇ ਜਦੋਂ ਫੀਡ ਕਰੇਗਾ ਤਾਂ ਟਾਸਰ ਹੋ ਜਾਏਗੀ। ਓਕ ਟਾਸਰ ਸਿਲਕ ਵਰਮ ਓਕ ਦੇ ਪਲਾਂਟ ਹੋਏਗਾ ਤਾਂ ਟਾਸਰ, ਓਕ ਟਾਸਰ ਸਿਲਕ ਵਰਮ ਅਰੰਡੀ ਵਾਲਾ ਕਾਸਟਰ ਦੇ ਪਲਾਂਟ ਤੇ। ਈਜ਼ੀ ਹੈ, ਯਾਦ ਰੱਖਣਾ ਵੀ। ਔਰ ਇੱਕ ਜੋ ਸਿਲਕ ਜਿਹੜੀ ਹੁੰਦੀ ਹੈ ਇਹਨਾਂ ਦੇ ਅੰਦਰ ਸਿਲਕ ਗਲੈਂਡ ਹੋਏਗੀ, ਸਿਲਕ ਗਲੈਂਡ ਤੋਂ ਕੀ ਕਰੇਗਾ, ਇਹ ਫਾਈਬਰ ਨੂੰ ਬਾਹਰ ਨਿਕਾਲਣਾ ਸ਼ੁਰੂ ਕਰੇਗਾ, ਸਿਲਕ ਗਲੈਂਡ। ਸਿਲਕ ਗਲੈਂਡ ਤੋਂ ਕੀ ਕਰੇਗਾ, ਇੱਕ ਤਰ੍ਹਾਂ ਦਾ ਸਿਲਕ ਨੂੰ ਨਿਕਾਲਣਾ ਬਾਹਰ ਕਰੇਗਾ। ਤਾਂ ਨੈਕਸਟ ਆਪਾਂ ਦੇਖਦੇ ਹਾਂ ਇਹਦਾ ਲਾਈਫ ਸਾਈਕਲ ਕੀ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਜਦੋਂ ਵੀ ਇੱਕ ਅਡਲਟ ਫੀਮੇਲ ਜਿਹੜੀ ਆ ਉਹ ਐਗ ਦੇਗੀ ਮਲਬਰੀ ਪਲਾਂਟ ਦੇ ਉੱਪਰ, ਜਦੋਂ ਐਗ ਥੋੜੇ ਮੈਚਿਓਰ, ਉਹ ਐਗ ਤੋਂ ਜਦੋਂ ਕੀ ਬਣੇਗਾ, ਲਾਰਵਾ। ਨੈਕਸਟ ਸਟੇਜ ਕਿਹੜੀ ਵਾਲੀ ਹੈ, ਲਾਰਵਾ ਦੀ ਜਾਂ ਫਿਰ ਕਾਟਰਪਿਲਰ ਦੀ ਗੱਲ, ਲਾਰਵਾ ਜਾਂ ਫਿਰ ਕੱਟ। ਲਾਰਵਾ ਜਦੋਂ ਹੋਏਗਾ ਤਾਂ ਇਹ ਜਦੋਂ ਇੱਕ ਸਪੈਸ਼ਲ ਸਟੇਜ ਹੈਗੀ ਹੈ 5 ਇੰਸਟਾ ਸਟੇਜ ਜਿਹਨੂੰ ਕਹਿੰਦੇ ਆ 5 ਇੰਸਟਾ। तो 5 ਇੰਸਟਾ ਸਟੇਜ ਜਦੋਂ ਆਏਗੀ ਤਾਂ ਇਹ ਕੀ ਕਰੇਗਾ, ਇਹ ਆਪਣੇ ਜਿਹੜੀ ਗਲੈਂਡ ਹੈਗੀ ਸਿਲਕ ਗਲੈਂਡ ਉੱਥੋਂ ਕੀ ਕਰੇਗਾ ਲਾਰਵਾ, ਇਹ ਆਪਣੇ ਲਾਰਵਾ ਕੀ ਕਰੇਗਾ, ਇਹ ਆਪਣੀ ਸਿਲਕ ਗਲੈਂਡ ਤੋਂ ਕੀ ਕਰਨਾ ਸ਼ੁਰੂ ਕਰ ਦੇਗਾ, ਸਿਲਕ ਗਲੈਂਡ ਤੋਂ ਇੱਕ ਫਾਈਬਰੀ ਲਿਕੁਇਡ ਕੀ ਕਰੇਗਾ, ਇਹ ਆਪਣੇ ਸਪਿਨ ਕਰਨਾ ਸ਼ੁਰੂ ਕਰ ਦੇਗਾ। ਸਪਿਨ ਕਰੇਗਾ ਤਾਂ ਇਸ ਦੇ ਅਰਾਊਂਡ ਕੀ ਹੁੰਦਾ ਜਾਏਗਾ, ਇਸ ਤਰ੍ਹਾਂ ਦੀ ਇੱਕ ਸਟਰਕਚਰ ਬਣ ਜਾਏਗੀ ਜੋ ਫਾਈਬਰ ਤੋਂ ਬਣੇਗੀ। ਜਦੋਂ ਇਹ 에ਅਰ ਦੇ ਐਕਸਪੋਜ਼ ਦੇ ਵਿੱਚ ਆਏਗਾ ਤਾਂ ਇਹ ਕੋਕੂਨ ਥੋੜਾ ਹਾਰਡ ਹੁੰਦਾ ਜਾਏਗਾ। ਇਸ ਦੇ ਅੰਦਰ ਹੁਣ ਕੀ ਹੈ, ਆਹ ਕਾਟਰਪਿਲਰ ਇਸ ਦੇ ਅੰਦਰ ਹੈ ਬਿਲਕੁਲ, ਕਿਉਂਕਿ ਇਹਨੇ ਜਦੋਂ ਸਪਿਨ ਕਰਿਆ ਤਾਂ ਸਾਰੇ ਦਾ ਸਾਰਾ ਕੀ ਕਰ ਲਿਆ, ਜੋ ਇਹਦੇ ਫਾਈਬਰ ਨਿਕਲ ਰਹੀ ਸੀ ਉਸ ਨੇ ਕੀ ਹੋ ਗਿਆ, ਇਹਦੇ ਪੂਰੀ ਤਰ੍ਹਾਂ ਰੈਪ ਹੋ ਗਈ ਸਾਰੀ ਸਾਈਡ ਤੋਂ। ਤਾਂ ਇਹ ਹੁਣ ਨੈਕਸਟ ਸਟੇਜ ਦੇ ਵਿੱਚ ਕੀ ਹੈ, ਨੈਕਸਟ ਸਟੇਜ ਦੇ ਵਿੱਚ ਕੋਕੂਨ ਕੱਟ ਕਰਕੇ ਇਹ ਆਪਣੇ ਆਪ ਮੈਚਿਓਰ ਹੋ ਕੇ ਕੀ ਹੋ ਜਾਏਗਾ, ਬਾਹਰ ਆ ਜਾਏਗਾ ਔਰ ਇੱਕ ਅਡਲਟ ਮੇਲ ਜਾਂ ਫੀਮੇਲ ਬਣ ਜਾਏਗਾ। ਤਾਂ ਇਹ ਸੀ ਸਾਰੀ ਪ੍ਰੋਸੈਸ। ਔਰ ਇਸ ਤੋਂ ਬਾਅਦ ਵਿੱਚ ਦੇਖੋ ਜੋ ਬਾਕੀ ਬਚਿਆ ਹੋਇਆ ਸ਼ੈਲ ਹੈ ਇਸ ਨੂੰ ਕੀ ਕਰਿਆ ਜਾਏਗਾ, ਕਲੈਕਟ ਕਰਿਆ ਜਾਏਗਾ। ਕਲੈਕਟ ਕਰਕੇ ਇਸ ਨੂੰ ਹੌਟ ਵਾਟਰ ਦੇ ਵਿੱਚ ਬੋਇਲ ਕਰਿਆ ਜਾਏਗਾ। ਜੋ ਬਾਹਰ ਵਾਲਾ ਸ਼ੈਲ ਹੈ ਜਿਸ ਨੂੰ ਆਪਾਂ ਕੀ ਕਹਿੰਦੇ ਹਾਂ, ਕੋਕੂਨ ਕਹਿੰਦੇ ਹਾਂ, ਕੋਕੂਨ। ਬਾਹਰ ਵਾਲੇ ਸ਼ੈਲ ਨੂੰ ਆਪਾਂ ਕੋਕੂਨ ਕਹਿੰਦੇ ਹਾਂ। ਕੋਕੂਨ ਹੁਣ ਕੀ ਕਰਾਂਗੇ ਆਪਾਂ, ਹੌਟ ਵਾਟਰ ਦੇ ਵਿੱਚ ਕੀ ਕਰਿਆ ਜਾਏਗਾ, ਇਸ ਨੂੰ ਬੋਇਲ ਕਰਿਆ ਜਾਏਗਾ। ਬੋਇਲ ਕਰਕੇ ਇਸ ਦੀ ਜਿਹੜੀ ਬਾਈਂਡਿੰਗ ਹੈਗੀ ਆ, ਬਾਈਂਡਿੰਗ ਜੋ ਵਾਈਂਡ ਕਰਿਆ ਹੋਇਆ ਸੀ ਨਾ ਉੱਪਰ ਪੂਰੀ ਤਰ੍ਹਾਂ, ਤੇ ਬਾਈਂਡਿੰਗ ਨੂੰ ਕੀ ਕਰਿਆ ਜਾਏਗਾ, ਅਨਵਾਈਂਡ ਕਰਿਆ ਜਾਏਗਾ। ਬਾਈਂਡਿੰਗ ਨੂੰ ਓਪਨ ਕਰਿਆ ਜਾਏਗਾ। ਹੌਟ ਵਾਟਰ ਦੇ ਵਿੱਚ ਬੋਇਲ ਕਰਕੇ ਜਿਹੜੀ ਬਾਈਂਡਿੰਗ ਹੈ ਉਸ ਨੂੰ ਕੀ ਕਰਿਆ ਜਾਏਗਾ, ਓਪਨ ਕਰਕੇ ਉਸ ਤੋਂ ਫਾਈਬਰ ਲਿਆ ਜਾਏਗਾ। ਔਰ ਲਗਭਗ ਇੱਕ ਕੋਕੂਨ ਤੋਂ ਜਿਹੜਾ ਹੋਏਗਾ, ਸਿੰਗਲ ਕੋਕੂਨ ਤੋਂ ਜੋ ਫਾਈਬਰ ਹੁੰਦੀ ਹੈ ਉਹ ਲਗਭਗ 1000 ਤੋਂ 1200 ਮੀਟਰ ਲੌਂਗ ਵਾਲਾ ਥ੍ਰੈਡ ਹੋਏਗਾ। ਇੱਕ ਕੋਕੂਨ ਤੋਂ 1000 ਤੋਂ 1200 ਮੀਟਰ ਲੌਂਗ ਥ੍ਰੈਡ ਹੋਏਗਾ ਜੋ ਆਪਾਂ
ਇੱਕ ਕੋਕੂਨ ਲੈਂਦੇ ਆ, ਔਰ ਲਗਭਗ ਇੱਕ ਕੋਕੂਨ ਦਾ ਜੋ weight ਹੋਏਗਾ, weight ਕਿੰਨਾ ਹੁੰਦਾ ਆਪਣੇ ਕੋਲ 2 ਗ੍ਰਾਮ। ਇੱਕ ਕੋਕੂਨ ਤੋਂ ਆਪਾਂ ਨੂੰ weight ਮਿਲਣ ਵਾਲਾ 2 ਗ੍ਰਾਮ ਅਪਰੋਕਸੀਮੇਟ, ਔਰ ਉਸ ਦੀ ਲੈਂਥ ਕਿੰਨੀ ਹੁੰਦੀ ਹੈ 1000 ਤੋਂ 1200 ਮੀਟਰ। ਨੈਕਸਟ ਹੈ ਲਾਈਫ ਹਿਸਟਰੀ, ਜੋ ਲਾਈਫ ਸਾਈਕਲ ਆਪਾਂ ਦੇਖ ਕੇ ਆਏ ਹਾਂ ਉੱਪਰ। ਡਲਟ ਸਿਕਮੋਮ ਜਿਹੜਾ ਵਾਈਟ ਕ੍ਰੀਮੀ, ਔਰ ਉਹਦੀ ਲੈਂਥ ਕਿੰਨੀ ਹੋਏਗੀ 5 ਸੈਂਟੀਮੀਟਰ, ਹੇਰੀ ਬੋਡੀ ਹੋਏਗੀ, ਔਰ ਇੱਕ ਫੀਮੇਲ 400 ਤੋਂ 500 ਐਗ ਦੇਗੀ ਲੀਵ ਦੇ ਉੱਪਰ। 400 ਤੋਂ 500 ਹੋਣਗੇ ਤਾਂ 10ਵੇਂ ਦਿਨ ਤੱਕ ਇਸਦਾ ਕੀ ਹੋਏਗੀ, ਹੈਚਿੰਗ ਹੋਣੀ ਸ਼ੁਰੂ ਹੋ ਜਾਏਗੀ ਸਮਰ ਦੇ ਵਿੱਚ। ਔਰ ਫਰਟੀਲਾਈਜੇਸ਼ਨ ਪੁੱਛ ਸਕਦੇ ਆ, ਫਰਟੀਲਾਈਜੇਸ਼ਨ ਕਿਹੜੀ ਹੈ, ਇੰਟਰਨਲ ਵਾਲੀ ਫਰਟੀਲਾਈਜੇਸ਼ਨ ਹੈ, ਜੋ ਮੌਤ ਦੇ ਵਿੱਚ ਜੋ ਐਗ ਫੀਮੇਲ ਨੇ ਦੇ ਆ ਤਾਂ ਉਹ ਆਲਰੇਡੀ ਫਰਟੀਲਾਈਜ਼ਡ ਹੁੰਦੇ ਆ, ਉਸਦੀ ਇੰਟਰਨਲ ਫਰਟੀਲਾਈਜੇਸ਼ਨ ਹੋਈ ਹੁੰਦੀ ਹੈ। ਤੇ ਲਾਰਵਾ ਹੈਚਿੰਗ ਤੋਂ ਬਾਅਦ ਕੀ ਹੈ, ਲਾਰਵਾ ਜਾਂ ਕਾਟਰਪਿਲਰ ਕਹਿ ਦਿੱਤਾ, 5 ਇੰਸਟਾਰ ਆਫਟਰ 4 ਮੋਲਟਿੰਗ। ਲਾਈਫ ਸਪੈਨ ਕਿੰਨਾ ਹੋਏਗਾ ਇਹਨਾਂ ਦਾ 25 ਤੋਂ 30 ਡੇਜ਼। 10 ਡੇਜ਼ ਤੇ ਹੈਚਿੰਗ ਹੋਗੀ, 10 ਡੇਜ਼ ਤੋਂ ਬਾਅਦ ਜਦੋਂ ਲਾਰਵਾ ਬਾਹਰ ਆਇਆ ਤਾਂ ਉਸਨੇ ਕੀ ਕਰਨਾ, ਲਾਰਵਾ ਸਪਿਨ ਕਰੇਗਾ ਔਰ ਆਪਣੇ ਹੀ ਸਿਲਕਨ ਜਿਹੜੇ ਆ ਇਟਸ ਓਨ ਸਿਲਕ ਕੋਕੂਨ, ਤੇ ਜਦੋਂ ਸਪਿਨ ਕਰੇਗਾ ਤਾਂ ਇਸ ਦੇ ਅਰਾਊਂਡ ਕੀ ਹੁੰਦਾ ਜਾਏਗਾ, ਸਿਲਕ ਰੈਪ ਹੁੰਦੀ ਜਾਏਗੀ। 5 ਇੰਸਟਰ ਕਾਟਰਪਿਲਰ ਜਿਹੜਾ ਉਹਦੇ ਅੰਦਰ ਸੈਲਵਰੀ ਗਲੈਂਡ ਜਿਹੜੀ ਹੈ ਡਿਵੈਲਪ ਹੋ ਗਈ ਹੈ। develop salivary gland, stop feeding and secrete a clear viscous fluid. Larva spin its own silicone cocoon। 5 ਇੰਸਟਾਰ ਜਦੋਂ ਇਹਦੀ ਸਟੇਜ ਹੋਏਗੀ ਤਾਂ ਇਹ ਫੀਡ ਕਰਨਾ ਬੰਦ ਕਰ ਦੇਗਾ, ਔਰ ਜਿਹੜੀ ਇਹਦੀ ਸੈਲਵਰੀ ਗਲੈਂਡ ਹੈ ਉਸ ਤੋਂ ਕੀ ਕਰੇਗਾ, ਸਕ੍ਰੀਸ਼ਨ ਕਰਨੀ ਸ਼ੁਰੂ ਕਰੇਗਾ, ਔਰ ਸਕ੍ਰੀਸ਼ਨ ਕਰਕੇ ਇਹ ਬਿਲਕੁਲ ਜੋ ਫਲੂਇਡ ਹੋਏਗਾ ਉਹੀ ਇੱਕ ਤਰ੍ਹਾਂ ਦੇ ਕੀ ਹੁੰਦੀ ਹੈ, ਉਸ ਤੋਂ ਹੀ ਸਿਲਕ ਆਪਾਂ ਨੂੰ ਮਿਲਦਾ ਹੈਗਾ। ਤੇ ਜਦੋਂ ਰੈਪ ਕਰਨਾ ਸ਼ੁਰੂ ਕਰੇਗਾ ਉਸ ਫਲੂਇਡ ਦੇ ਜ਼ਰੀਏ, ਜੋ ਵਿਸਕਸ ਫਲੂਇਡ ਜਿਹੜਾ ਉਹ ਇਸ ਤੇ ਪੂਰੀ ਤਰ੍ਹਾਂ ਇੱਕ ਥ੍ਰੈਡ ਲਾਈਕ ਸਟਰਕਚਰ ਬਣਾਉਂਦਾ ਜਾਏਗਾ, ਜਿਸ ਦੀ ਲੈਂਥ ਕੀ ਹੋਏਗੀ, ਇੱਕ ਕੰਪਲੀਟ 1000 ਤੋਂ 1200 ਮੀਟਰ ਤੱਕ ਹੋਏਗੀ। ਔਰ ਇਹ ਪ੍ਰੋਸੈਸ ਜੋ ਹੈ ਜਦੋਂ ਸਪਿਨ ਕਰ ਰਿਹਾ ਹੋਏਗਾ ਲਗਭਗ 3 ਦਿਨ ਲੱਗਦੇ ਹੈ ਇਸਨੂੰ ਪੂਰੀ ਤਰ੍ਹਾਂ ਕੋਕੂਨ ਬਣਨ ਤੇ। ਜਦੋਂ ਕਾਟਰਪਿਲਰ ਆਪਣੇ ਅਰਾਊਂਡ ਸਿਲਕ ਜਾਂ ਸੈਲਵਰੀ ਗਲੈਂਡ ਤੋਂ ਜੋ ਆਪਣੀ ਸਕ੍ਰੀਸ਼ਨ ਕਰ ਰਿਹਾ, ਉਹ ਸਕ੍ਰੀਸ਼ਨ ਦੇ ਨਾਲ ਕੀ ਹੁੰਦਾ ਜਾਏਗਾ, ਪੂਰੀ ਤਰ੍ਹਾਂ ਆਪਣੇ ਆਪ ਨੂੰ ਕਵਰ ਕਰੇਗਾ, ਤਾਂ ਉਹੀ ਕਵਰਿੰਗ ਬਾਅਦ ਵਿੱਚ ਕੀ ਬਣਦੀ ਹੈ, ਸਿਲਕ ਹੋਏਗੀ। ਔਰ ਕਵਰਿੰਗ ਇੱਕ ਥ੍ਰੈਡ ਲਾਈਕ ਸਟਰਕਚਰ ਤੋਂ ਹੀ ਹੁੰਦੀ ਹੈ, ਔਰ ਉਸ ਦੀ ਲੰਬਾਈ ਕਿੰਨੀ ਹੋ ਜਾਂਦੀ ਹੈ 1000 ਤੋਂ 1200 ਮੀਟਰ। ਨੈਕਸਟ ਜੋ ਸਿਲਕ ਹੈ, ਸਿਲਕ ਦੀ ਕੰਪੋਜੀਸ਼ਨ ਦੇ ਵਿੱਚ ਸੈਰੀਸਿਨ ਨਾਮ ਦੀ ਪ੍ਰੋਟੀਨ ਹੋਏਗੀ ਔਰ ਫਿਬਰਿਓਨ ਪ੍ਰੋਟੀਨ, ਕਿਉਂਕਿ ਜਿਹੜੀ ਆਪਣੇ ਕੋਲ ਇਹ ਵਾਲੀ ਮਿਲ ਰਹੀ ਹੈ ਪ੍ਰੋਟੀਨ, ਇਹ ਐਨੀਮਲ ਤੋਂ ਪ੍ਰੋਡਿਊਸ ਹੋ ਰਹੀ ਹੈ, ਤਾਂ ਐਨੀਮਲ ਤੋਂ ਜਿਹੜੀ ਹੋਏਗੀ ਉਹ ਕਿਹੜੀ ਵਾਲੀ ਹੋਏਗੀ, ਸਿਲਕ ਇਹ ਪ੍ਰੋਟੀਨ। ਅਗਰ ਆਪਾਂ ਲੈਬ ਦੇ ਵਿੱਚ ਤਿਆਰ ਕਰਾਂਗੇ ਤਾਂ ਉਹ ਕਿਹੜੇ ਵਾਲੀ ਹੁੰਦੀ ਹੈ, ਉਹ ਕਾਰਬੋਹਾਈਡਰੇਟ ਤੋਂ ਬਣੀ ਹੋਈ ਹੈ। ਜਿਹੜੀ ਆਰਟੀਫਿਸ਼ਲ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ, ਕਾਰਬੋਹਾਈਡਰੇਟ ਤੋਂ ਹੋਏਗੀ। ਲੇਕਿਨ ਜਿਹੜੀ ਆਪਾਂ ਇਸ ਦੀ ਗੱਲ ਕਰਦੇ ਹਾਂ ਜੋ ਨੈਚੁਰਲੀ ਜਾਂ ਇਸ ਵਰਮ ਤੋਂ ਹੋ ਰਹੀ ਹੈ ਤਿਆਰ, ਉਹ ਕਿਹੜੀ ਵਾਲੀ ਹੋਏਗੀ, ਪ੍ਰੋਟੀਨੀਸ਼ੀਅਸ ਸਿਲਕ ਹੋਏਗੀ, ਜਿਹਦੇ ਸੈਰੀਸਿਨ ਕਿੰਨੀ ਹੈ 20% ਔਰ ਫਿਬਰਿਓਨ ਕਿੰਨੀ ਹੈਗੀ ਆਪਣੇ ਕੋਲ 80%। ਇੰਟਾਇਰ ਕੋਕੂਨ 3 days ਔਰ weight ਕਿੰਨਾ 2 ਗ੍ਰਾਮ during metamorphosis, pupa, histolysis and histogenesis occur। ਤਾਂ ਜਦੋਂ ਇਹਦੇ ਸਟੇजेस ਡਿਫਰੈਂਟ, ਇੱਕ ਲਾਰਵੇ ਤੋਂ ਅਡਲਟ ਦੇ ਵਿੱਚ ਜੋ ਚੇਂਜ ਹੋ ਰਿਹਾ ਤਾਂ ਸਾਰੇ ਸਟੇजेस ਆਉਣਗੀਆਂ, ਜੋ ਪਿਊਪਾ, ਜਿਸਨੂੰ ਆਪਾਂ ਕ੍ਰੈਸੈਲਿਸ ਕਹਿੰਦੇ ਆ, ਕੋਕੂਨ ਦੇ ਅੰਦਰ ਵਾਲੇ ਜੋ ਜਦੋਂ ਕੋਕੂਨ ਅੰਦਰ ਪੂਰੀ ਤਰ੍ਹਾਂ ਅਡਲਟ ਹੋ ਜਾਂਦਾ ਤਿਆਰ, ਉਹ ਵਾਲੀ ਸਟੇਜ ਕਿਹੜੀ ਹੁੰਦੀ ਹੈ ਕ੍ਰੈਸੈਲਿਸ, ਜਾਂ ਫਿਰ ਹਿਸਟੋਲਾਈਸਿਸ ਕਹਿ ਦਿੰਦੇ ਆ, ਐਂਡ ਹਿਸਟੋਜੈਨਸਿਸ। ਹਿਸਟੋਜੈਨਸਿਸ ਜੋ ਡਿਫਰੈਂਟ ਸਟੇजेस ਆ ਰਹੀਆਂ ਉਸ ਦੀ ਹੀ ਗੱਲ ਕਰ ਰਹੇ ਹਾਂ। ਤਾਂ ਫੁੱਲ ਗਰੋਨ ਪਿਊਪਾ ਇਜ਼ ਕਾਲਡ ਇਮੈਗੋ। ਜਦੋਂ ਪਿਊਪਾ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ, ਡਿਵੈਲਪ ਹੋ ਜਾਂਦਾ, ਤਾਂ ਉਸਨੂੰ ਕੀ ਕਹਿੰਦੇ ਆ ਇਮੈਗੋ। The adult moth come out of a cocoon after 10 to 12 days of pupa life। ਔਰ 10 ਤੋਂ 12 ਦਿਨ ਬਾਅਦ ਕੀ ਹੋਏਗਾ, ਕੋਕੂਨ ਤੋਂ ਜਿਹੜਾ ਹੈ ਆਪਣੇ ਕੋਲ ਇੱਕ ਅਡਲਟ ਮੌਥ ਉਹ ਕੀ ਹੋ ਜਾਏਗਾ, ਬਾਹਰ ਆ ਜਾਏਗਾ। ਉਹ ਲਾਈਫ ਸਪੈਨ ਕਿੰਨੀ ਹੈ 3 ਤੋਂ 4 days ਅਡਲਟ ਦੀ। ਟੋਟਲ ਲਾਈਫ ਸਪੈਨ 25 ਤੋਂ 30 days ਹੈ, ਜਿਸ ਦੇ ਵਿੱਚ 10 ਦਿਨ ਹੈਚਿੰਗ ਦੇ ਹੈ ਔਰ 3 days ਆਪਣੇ ਕੋਲ ਇਸ ਦੇ ਜੋ ਸਪਿਨ ਕਰਿਆ
ਉਸ ਚੀਜ਼ ਤੇ, ਔਰ ਉਸ ਤੋਂ ਬਾਅਦ ਵਿੱਚ 10 ਤੋਂ 12 ਦਿਨ ਜਿਹੜੇ ਆ ਆਪਣੇ ਕੋਲ ਜੋ ਉਸਦੇ ਕੋਕਨ ਦੇ ਅੰਦਰ ਦੀ ਡਿਵੈਲਪਮੈਂਟ ਹੋ ਰਹੀ 10 ਤੋਂ 12 ਦਿਨ ਉਹ ਹੈ, ਔਰ ਲਾਸਟ ਜੋ 3 ਤੋਂ 4 ਡੇਜ਼ ਰਹਿ ਜਾਂਦੇ ਆ ਅਡਲਟ ਹੋਣ ਤੋਂ ਬਾਅਦ, ਉਹ ਜਸਟ 3 ਤੋਂ 4 ਡੇਜ਼ ਹੀ ਹੈ। ਨੈਕਸਟ ਰੀਲਿੰਗ, ਆਲਰੇਡੀ ਆਪਾਂ ਨੂੰ ਪਤਾ ਹੈ ਦਾ ਪ੍ਰੋਸੈਸ ਰਿਮੂਵਿੰਗ ਦੀ ਥ੍ਰੈਡ ਫਰੋਮ ਏ ਕਿਲਡ ਕੋਕਨ ਇਜ਼ ਕੋਲਡ ਰੀਲਿੰਗ। ਤਾਂ ਇੱਕ ਕਿਲਡ ਕੋਕਨ ਤੋਂ ਆਪਣੇ ਕੋਲ ਥ੍ਰੈਡ ਆਉਣਾ ਉਸ ਨੂੰ ਆਪਾਂ ਕੀ ਕਹਿੰਦੇ ਆ ਰੀਲਿੰਗ। ਔਰ ਇਹਦੇ ਜੋ ਡਿਜ਼ੀਜ਼ ਹੈ ਮੈਗੋਟ ਡਿਜ਼ੀਜ਼ ਇੰਪੋਰਟੈਂਟ ਹੈ। ਮੈਗੋਟ ਡਿਜ਼ੀਜ਼ ਜਿਹੜੀ ਹੈ ਇਹ ਕਿਸ ਕਰਕੇ ਹੋ ਰਹੀ ਹੈ ਆਪਣੇ ਕੋਲ, ਟ੍ਰੈਕੋਲੈਗਾ ਸੋਰਬੇਲੀਆ। ਤਾਂ ਪੈਬਰਿਨ, ਫੋਸਬੈਨੋਸੇਮਾ ਬੋਮਬੀਸੀ, ਇਹ ਪ੍ਰੋਟੋਜੋਨ ਡਿਸੀਜ਼ ਹੈ। ਤਾਂ ਬਸ ਮੋਸਟਲੀ ਦੋ ਹੀ ਯਾਦ ਕਰ ਲਓ, ਜ਼ਿਆਦਾ ਹੈ ਤਾਂ ਬਹੁਤ ਜ਼ਿਆਦਾ, ਲੇਕਿਨ ਮੈਗੋਟ ਡਿਸੀਜ਼ ਕਿਸ ਕਰਕੇ ਹੈ, ਟ੍ਰੈਕੋਲੈਗਾ ਸੋਰਬेलियन, और नेक्स्ट अपने को पैब्रिन नोसेमा बैम्बिसिस प्रोटोजोन डिसीज। और सेंट्रल सैरीकल्चर स्टेशन कितने अपने को बरहमपुर वैस्ट बंगाल ਦੇ ਵਿੱਚ, और सेंट्रल सैरीकल्चर रिसर्च एंड ट्रेनिंग इंस्टीट्यूट कितने है मिजोर। तो मिजोर एक कर्नाटक ਦੇ ਵਿੱਚ ਹੈ, कर्नाटक ਦੇ ਵਿੱਚ ਹੈ, और कर्नाटक मोस्ट सिल्क प्रोड्यूसिंग स्टेट ਦੇ ਵਿੱਚ ਹੈ इंडिया ਦੀ। ਨੈਕਸਟ ਆਪਣੇ ਕੋਲ ਐਪੀਕਲਚਰ। ਐਪੀਕਲਚਰ ਦੇ ਵਿੱਚ ਬੀ ਕੀਪਿੰਗ। ਤਾਂ ਬੀ ਕੀਪਿੰਗ ਤੋਂ ਆਪਾਂ ਨੂੰ ਮਿਲਣ ਕੀ ਵਾਲਾ, ਹਨੀ ਮਿਲਣ ਵਾਲਾ। ਤਾਂ ਰੇਅਰਿੰਗ ਆਫ ਹਨੀ ਬੀਜ਼ ਜਿਹੜੀ ਹੈ, ਰੇਅਰਿੰਗ ਆਫ ਹਨੀ ਬੀਜ਼, ਰੇਅਰਿੰਗ ਆਫ ਹਨੀ ਬੀਜ਼। ਰੇਅਰਿੰਗ ਆਫ ਹਨੀ ਬੀਜ਼ ਉਸ ਨੂੰ ਆਪਾਂ ਕੀ ਕਹਿੰਦੇ ਆ, ਆਪਾਂ ਐਪੀਕਲਚਰ। ਤਾਂ ਪਰਪਸ ਕੀ ਹੈਗਾ ਆਪਣੇ ਲਈ, ਜੋ ਮੇਨ ਪਰਪਸ ਹੈ ਉਸਦਾ ਕੀ ਹੈ, ਹਨੀ ਲੈਣਾ। ਨੈਕਸਟ ਆਪਣੇ ਕੋ ਜੋ ਹਨੀ ਬੀ ਹੈ, ਹਨੀ ਬੀ ਦਾ ਹੋਰ ਵੀ ਬਹੁਤ ਸਾਰਾ ਕੰਮ ਹੈ। ਇਹ ਇੱਕ ਤਰ੍ਹਾਂ ਦੀ ਪੋਲੀਨੇਟਰ ਦਾ ਵੀ ਕੰਮ ਕਰਦੀਆਂ। ਹਨੀ ਬੀਜ਼ ਜਿਹੜਾ ਪੋਲੀਨੇਟਰ ਦਾ ਵੀ ਕੰਮ ਕਰਦੀਆਂ। ਬਹੁਤ ਸਾਰੀਆਂ ਕ੍ਰੌਪਸ ਇੱਦਾਂ ਦੀਆਂ ਜਿਹੜੀਆਂ ਕੀ ਹੈ ਡਬਲ ਬੈਨੀਫਿਟ ਹੋ ਜਾਂਦਾ। ਜਿਸ ਖੇਤ ਦੇ ਵਿੱਚ ਆਪਾਂ ਐਪੀਕਲਚਰ ਕਰ ਰਹੇ ਹਾਂ ਤਾਂ ਉਸ ਖੇਤ ਦੀ ਜਿਹੜੀ ਈਲਡ ਹੈਗੀ ਆ ਉਸ ਦੇ ਵਿੱਚ ਵੀ ਕੀ ਹੁੰਦਾ ਹੈਗਾ, ਇੰਕਰੀਜ਼ ਹੋ ਜਾਂਦਾ। ਔਰ ਇਸ ਦਾ ਕਾਰਨ ਕੀ ਹੁੰਦਾ, ਕਿਉਂਕਿ ਇੱਕ ਇਹ ਪੋਲੀਨੇਟਰ ਦਾ ਕੰਮ ਕਰਦੇ ਆ, ਪੋਲੀਨੇਸ਼ਨ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੇ ਆ ਪਲਾਂਟਸ ਦੀ। ਜਿੱਦਾਂ ਮੈਨੀ ਆਫ ਆਰ ਕ੍ਰੌਪ ਸਪੀਸੀਜ਼, ਸਨਫਲਾਵਰ ਹੈ, ਬ੍ਰੈਸਿਕਾ। ਬ੍ਰੈਸਿਕਾ ਇੱਕ ਆਪਾਂ ਨਾਮ ਦੇ ਰੱਖਿਆ ਆਪਾਂ ਨੂੰ ਸਰਸੋਂ। ਬ੍ਰੈਸਿਕਾ, ਐਪਲ ਐਂਡ ਪੀਅਰ, keeping beehives in a crop field during a flowering period increase the pollination efficiency and improves the yield, beneficial both from the point of view crop yield and honey yield। ਕਿਉਂਕਿ ਦੋਨੋਂ ਚੀਜ਼ਾਂ ਦਾ ਹੀ ਫਾਇਦਾ ਹੋਏਗਾ। ਇੱਕ ਤਾਂ ਹਨੀ ਦਾ ਜਿਹੜਾ ਹਨੀ ਦੇ ਵਿੱਚ ਵੀ ਕੁਆਲਿਟੀ ਔਰ ਉਸਦੀ yield ਵੀ ਇੰਕਰੀਜ਼ ਹੋਏਗੀ। ਸੈਕੰਡਲੀ ਜਿਸ ਫਸਲ ਦੇ ਵਿੱਚ ਜਾਂ crop ਦੇ ਵਿੱਚ ਆਪਾਂ ਰੱਖਿਆ ਹੋਇਆ ਫਲਾਵਰਿੰਗ ਪੀਰੀਅਡ ਦੇ ਵਿੱਚ, ਤਾਂ ਉਸ crop ਦਾ ਵੀ ਆਪਾਂ ਨੂੰ ਬੈਨੀਫਿਟ ਹੋਏਗਾ, ਉਸਦੀ yield ਵਿੱਚ ਵਾਧਾ ਹੋਏਗਾ। ਔਰ ਹਨੀ ਬੀਜ਼ ਜਿਹੜੀਆਂ ਇਹ ਇੱਕ ਪੋਲੀਮੋਰਫਿਜ਼ਮ ਸ਼ੋ ਕਰਦੀਆਂ, ਔਰ ਇਹਨਾਂ ਦੇ ਵਿੱਚ ਡਿਫਰੈਂਟ ਟਾਈਪਸ ਦਾ ਇੱਕ ਕੈਟੇਗਰੀ ਚੱਲਦੀਆਂ। ਜਿਵੇਂ ਇੱਕ ਵਰਕਰ ਬੀਜ਼ ਹੋ ਗਈਆਂ, ਇਹ 3 ਟਾਈਪਸ ਦੀਆਂ ਹੋਣਗੀਆਂ ਆਪਣੇ ਕੋਲ ਬੀਜ਼। ਵਰਕਰ ਬੀ, ਇੱਕ ਇਹਨਾਂ ਦੇ ਕੁਈਨ ਹੋਏਗੀ, ਕੁਈਨ, ਔਰ ਇੱਕ ਕਿਹੜੇ ਹੈਗਾ ਇਹਦੇ 'ਚ ਡਰੋਨ ਹੋਏਗਾ, ਜਿਹਨੂੰ ਆਪਾਂ ਮੇਨ ਜਿਹੜਾ ਮੇਲ ਹੋਏਗਾ ਉਸਨੂੰ ਆਪਾਂ ਕੀ ਕਹਿੰਦੇ ਆ, ਡਰੋਨ। ਆ ਉਹਨਾਂ ਦੀ ਮੇਨ ਫੀਮੇਲ ਹੋਏਗੀ। ਮੇਨ ਫੀਮੇਲ ਜਿਹੜੀ ਹੋਏਗੀ ਜਿਹਨੂੰ ਆਪਾਂ ਰਾਣੀ ਮੱਖੀ ਕਹਿੰਦੇ ਆ, ਇਹਦਾ ਸਿਰਫ ਕੰਮ ਮੇਨ ਮੇਜਰ ਜੋ ਹੈ ਇਹਦਾ ਕੰਮ ਕੀ ਹੁੰਦਾ, ਐਗ ਲੇਇੰਗ ਦਾ। ਐਗ ਲੇਇੰਗ ਦਾ ਕੰਮ ਇਹਨਾਂ ਤੋਂ ਹੋਏਗਾ। ਤਾਂ ਮੇਲ ਦਾ ਕੰਮ ਕੀ ਹੋਏਗਾ, ਇਹਨਾਂ ਐਗਾਂ ਨੂੰ ਕੀ ਕਰਨਾ, ਫਰਟੀਲਾਈਜ਼ ਕਰਨਾ। ਫਰਟੀਲਾਈਜੇਸ਼ਨ ਦਾ ਕੰਮ ਕਿਹਦਾ ਹੋਏਗਾ, ਡਰੋਨ ਦਾ। ਇਹਨਾਂ ਨੇ ਹੋਰ ਕੋਈ ਕੰਮ ਨਹੀਂ ਹੈ, ਇਹਨਾਂ ਨੇ ਸਿਰਫ ਕੁਈਨ ਜੋ ਹੋਏਗੀ
ਉਸਦਾ ਕੰਮ ਹੋਏਗਾ ਐਗਲਿੰਗ ਦਾ, ਔਰ ਮੇਨ ਡਰੋਨ ਜਿਹੜਾ ਮੇਲ ਹੋਏਗਾ ਉਸਦਾ ਕੰਮ ਹੈ ਫਰਟੀਲਾਈਜ਼ ਕਰਨਾ। ਔਰ ਵਰਕਰ ਬੀਜ਼ ਜੋ ਵੀ ਕਲੈਕਸ਼ਨ ਕਰਨੀ ਹੈ ਹਨੀ ਦੀ, ਪੋਲੀਨੇਸ਼ਨ ਪੋਲਨ ਦੀ, ਜਾਂ ਇਹਨਾਂ ਨੇ ਵੈਕਸ ਕਲੈਕਟ ਕਰਕੇ ਲੈ ਕੇ ਆਣੀ, ਉਹ ਸਾਰਾ ਵਰਕਰ ਬੀਜ਼ ਹੀ ਕਰਨੀ ਹੈ। ਤੇ ਵਰਕਰ ਬੀਜ਼ ਇਨਡਾਇਰੈਕਟਲੀ ਇਹਨਾਂ ਤੇ ਡਿਪੈਂਡਡ ਹੈ, ਕਿਉਂਕਿ ਵਰਕਰ ਬੀਜ਼ ਕੀ ਹੁੰਦੀਆਂ ਸਟਰਲਾਈਡ ਹੋਣਗੀਆਂ। ਇਹ ਕਿਸੇ ਤਰ੍ਹਾਂ ਦੀ ਰਿਪਰੋਡਕਸ਼ਨ ਨਹੀਂ ਕਰ ਸਕਦੀਆਂ ਵਰਕਰ ਬੀਜ਼, ਔਰ ਇਹਨਾਂ ਦੇ ਜੋ ਨੈਕਸਟ ਜਨਰੇਸ਼ਨ ਉਹ ਡਿਪੈਂਡ ਦੋਨੋਂ ਤੇ ਹੀ ਕਰਦੀ ਹੈ, ਰਾਣੀ ਮੱਖੀ ਜਿਹੜੀ ਕੁਈਨ ਹੋਗੀ ਉਹਨਾਂ ਦੀ, ਔਰ ਡਰੋਨ ਦੀ। ਵਰਕਰ ਬੀਜ਼ ਕਿਸੇ ਤਰ੍ਹਾਂ ਦੇ ਰਿਪਰੋਡਕਸ਼ਨ ਦੇ ਵਿੱਚ ਹੈਲਪ ਨਹੀਂ ਮਤਲਬ ਕੈਪੇਬਲ ਨਹੀਂ ਹੈ, ਇਹ ਇਨਫਰਟਾਈਲ ਹੁੰਦੀਆਂ ਵਰਕਰ ਬੀਜ਼। ਤਾਂ ਦੇਖਦੇ ਆਪਾਂ ਨੈਕਸਟ ਇਹਨਾਂ ਦੇ ਕਿੱਦਾਂ ਦੇ ਕੰਮ ਆ, ਕਿਹੜੇ ਵਾਲੀਆਂ ਆਪਣੇ ਕੋਲ ਮੇਨ ਟਾਈਪਸ ਹੈਗੀਆਂ ਆਪਣੇ ਕੋਲ। ਲਾਸਟ ਮਾਸਟਰ ਕੈਟ ਦੇ ਵਿੱਚ ਕੁਐਸਚਨ ਇੱਥੋਂ ਹੀ ਆਇਆ ਸੀ, ਹਨੀ ਦੀ ਜਿਹੜੀ ਕੰਪੋਜੀਸ਼ਨ ਆ ਉਸ ਦੇ ਵੀ ਕੁਐਸਚਨ ਆਇਆ ਹੋਇਆ ਸੀ। ਤਾਂ ਆਪਾਂ ਦੇਖਦੇ ਹਾਂ ਐਪਿਸ ਡੋਰਸੈਟਾ। ਐਪਿਸ ਡੋਰਸੈਟਾ ਇੱਕ ਐਦਾਂ ਦੀ ਆਪਣੇ ਕੋਲ ਕੁਆਲਿਟੀ ਕਹਿ ਲਈਏ, ਐਪਿਸ ਡੋਰਸੈਟਾ ਇੱਕ ਟਾਈਪ ਹੈ ਬੀ ਦੀ ਰੌਕ ਬੀ, ਔਰ ਇਹ ਬਹੁਤ ਹੀ ਜ਼ਿਆਦਾ ਅਗਰੈਸਿਵ ਹੁੰਦੀ ਹੈ, ਇਸ ਨੂੰ ਕੰਟਰੋਲ ਕਰਨਾ ਸਹੀ ਨਹੀਂ ਹੈ। ਤਾਂ ਇਸ ਨੂੰ ਸਾਰੰਗ ਬੀ ਵੀ ਕਹਿੰਦੇ ਆ। ਇਸ ਦੀ ਨੇਚਰ ਅਗਰੈਸਿਵ ਹੈ, ਔਰ ਇਹ ਰੇਅਰਿੰਗ ਲਈ ਯੂਜ਼ ਨਹੀਂ ਹੁੰਦੀਆਂ, ਮਾਈਗ੍ਰੇਟਰੀ ਸਪੀਸੀਜ਼ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ, ਤਾਂ ਹਾਈਲੀ ਅਗਰੈਸਿਵ ਹੈ, ਇਸ ਨੂੰ ਰੇਅਰਿੰਗ ਲਈ ਸੁਟੇਬਲ ਨਹੀਂ ਮੰਨਿਆ ਜਾਂਦਾ। ਸੋ ਇਹ ਸਹੀ ਨਹੀਂ ਹੈ, ਇਹ ਨੈਚੁਰਲੀ ਉਂਝ ਲੱਗਦੇ ਰਹਿੰਦੇ ਆ, ਕਿਤੇ ਨਾ ਕਿਤੇ ਆਪਣਾ ਹਾਈਵ ਬਣਾ ਲੈਂਦੇ ਆ। ਤੁਸੀਂ ਦੇਖਿਆ ਹੋਏਗਾ ਕਿ ਬਹੁਤ ਸਾਰੇ ਇਹ ਐਪਿਸ ਡੋਰਸੈਟਾ, ਇਹ ਰੌਕ ਬੀਜ਼ ਮਾਈਗ੍ਰੇਟਰੀ ਬੀਜ਼ ਆ, ਔਰ ਇੱਕ ਆ ਅਗਰੈਸਿਵ ਨੇਚਰ ਦੇ ਵਿੱਚ, ਰੇਅਰਿੰਗ ਲਈ ਇਸ ਨੂੰ ਬਿਲਕੁਲ ਵੀ ਯੂਜ਼ ਨਹੀਂ ਕਰਿਆ ਜਾਂਦਾ। ਨੈਕਸਟ ਹੈ ਐਪਿਸ ਇੰਡੀਕਾ। ਐਪਿਸ ਇੰਡੀਕਾ ਨੂੰ ਆਪਾਂ ਕਹਿੰਦੇ ਇੰਡੀਅਨ ਮੋਨਾ ਬੀ, ਇਹ ਇੰਡੀਆ ਦੇ ਵਿੱਚ ਰੇਅਰਿੰਗ ਲਈ ਯੂਜ਼ ਕਰੀ ਜਾਂਦੇ ਇੰਡੀਅਨ ਮੋਨਾ ਬੀ। ਯਾਦ ਰੱਖਣਾ ਇਸ ਦਾ ਦੋਨੋਂ ਤਰ੍ਹਾਂ ਦਾ ਹੀ ਨਾਮ ਐਪਿਸ ਇੰਡੀਕਾ ਜਾਂ ਫਿਰ ਇੰਡੀਅਨ ਮੋਨਾ ਬੀ। ਤਾਂ ਇਹ ਸੂਟੇਬਲ ਹੈਗੀਆਂ, ਮੈਨੇਜੇਬਲ ਹੈ, ਔਰ ਇਹ ਅਗਰੈਸਿਵ ਨਹੀਂ ਹੁੰਦੇ। ਤੇ ਮੋਨਾ ਬੀ ਜਿਹੜੇ ਪਰ ਹਾਈਵ ਜਿਹੜੀ ਆ ਉਸਦੀ ਕਿੰਨੀ ਈਲਡ ਹੋਏਗੀ, 3 ਤੋਂ 4 ਕਿਲੋਗ੍ਰਾਮ ਪਰ ਹਾਈਵ, ਜਿਸ ਦੀ ਈਲਡ ਹੈ 3 ਤੋਂ 4 ਕਿਲੋਗ੍ਰਾਮ ਪਰ ਹਾਈਵ ਹੈ। ਤਾਂ ਇੰਡੀਅਨ ਮੋਨਾ ਬੀ ਜਿਹੜੀਆਂ ਇਹ ਰੇਅਰਿੰਗ ਲਈ ਯੂਜ਼ ਕਰੀਆਂ ਜਾਂਦੀਆਂ। ਨੈਕਸਟ ਹੈ ਐਪਿਸ ਫਲੋਰਾ। ਐਪਿਸ ਫਲੋਰਾ ਜਾਂ ਪ੍ਰਿੰਗਾ ਬੀ ਜਿਹੜੀ ਹੈ ਇਹ ਬਹੁਤ ਛੋਟੇ ਸਾਈਜ਼ ਦੇ ਵਿੱਚ ਹੋਏਗੀ, ਸਮੋਲ ਸਾਈਜ਼ ਹੈ, ਔਰ ਟਿਮਿਡ ਨੇਚਰ ਦੇ ਵਿੱਚ ਬਹੁਤ ਫਾਸਟ ਚੱਲਦੀਆਂ, ਔਰ ਇਹਦੇ ਵਿੱਚ ਕੀ ਆ ਜੋ ਇਹਦੀ ਈਲਡ ਹੋਏਗੀ ਉਹ 250 ਗ੍ਰਾਮ ਹੀ ਹੋਏਗੀ ਪਰ ਹਾਈ। ਤਾਂ ਇਹ ਇਕਨੋਮਿਕਲੀ ਬੇਸਡ ਤੇ ਅਗਰ ਦੇਖਦੇ ਆ ਤਾਂ ਇਸ ਬੈਨੀਫਿਸ਼ੀਅਲ ਨਹੀਂ ਹੈ, ਸੂਟੇਬਲ ਨਹੀਂ ਹੈ ਅਗਰ ਕਮਰਸ਼ਲੀ ਬੇਸਡ ਦੇਖਦੇ ਹਾਂ, ਕਿਉਂਕਿ ਜਿਹੜੀ ਈਲਡ ਆਪਾਂ ਨੂੰ ਮਿਲਦੀ ਹੈ ਬਹੁਤ ਥੋੜੀ ਹੈ, 250 ਗ੍ਰਾਮ ਪਰ ਹਾਈ। ਤਾਂ ਇਹ ਆਪਾਂ ਇੱਕ ਤਰ੍ਹਾਂ ਦੇ ਕਹਿ ਦਿੰਦੇ ਜਿੱਦਾਂ ਸ਼ਾਇਦ ਦੋ ਤਰ੍ਹਾਂ ਦੇ ਹੁੰਦੇ ਨਾ ਦੇਸੀ, ਇਹ ਛੋਟੇ ਵਾਲੀ ਮੱਖੀ ਜਿਹੜੀ ਹੁੰਦੀ ਹੈ ਮਧੂਮੱਖੀ, ਤਾਂ ਇਹ ਉਹਦੀ ਗੱਲ ਕਰ ਰਿਹਾ ਜਿਹਨੂੰ ਪ੍ਰਿੰਗਾ ਬੀ ਕਹਿੰਦੇ ਆ, ਬਹੁਤ ਛੋਟੇ ਸਾਈਜ਼ ਹੁੰਦੇ ਔਰ ਬਹੁਤ ਫਾਸਟ ਔਰ ਐਕਟਿਵ ਹੁੰਦੀ ਹੈ ਵਾਲੀ ਪ੍ਰਿੰਗਾ ਬੀ, ਜਿਹਨੂੰ ਐਪਿਸ ਫਲੋਰਾ ਕਹਿੰਦੇ ਆ। ਨੈਕਸਟ ਹੈ ਐਪਿਸ ਮੈਲੀਫੇਰਾ, ਇਹ ਯੂਰਪੀਅਨ ਬੀ ਹੈ, ਔਰ ਇਹ ਇੰਡੀਅਨ ਜਿਹੜੀ ਐਪਿਸ ਇੰਡੀਕਾ ਨਾਲੋਂ ਵੀ ਬੈਸਟ ਹੈ, ਇੰਡੀਅਨ ਮੋਨਾ ਬੀ ਨਾਲੋਂ ਵੀ ਬੈਸਟ ਹੈ, ਔਰ ਇਸ ਦੀ ਈਲਡ ਜਿਹੜੀ ਆ ਇਹ ਇੰਡੀਅਨ ਮੋਨਾ ਬੀ ਨਾਲੋਂ ਵੀ ਜ਼ਿਆਦਾ ਔਰ ਮੋਸਟ ਯੂਜ਼ਫੁਲ ਹੈਗੀ ਹੈ ਕਮਰਸ਼ਲੀ ਪਰਪਸ ਲਈ। ਲੇਕਿਨ ਇੰਡੀਆ ਦੇ ਵਿੱਚ ਮੋਸਟਲੀ ਕਿਹੜੀ ਵਾਲੀ ਚੱਲ ਰਹੀ ਹੈ, ਇੰਡੀਅਨ ਮੋਨਾ ਬੀ। ਅਗਰ ਮੋਸਟ ਈਲਡ ਪੁੱਛਣਾ ਤਾਂ ਐਪਿਸ ਮੈਲੀਫੇਰਾ ਆਏਗਾ ਜਿਹੜੀ ਯੂਰਪੀਅਨ ਬੀ ਹੈ। ਤਾਂ ਇਹ ਸਾਰੇ ਜੋ ਟਾਈਪਸ ਆਪਣੇ ਕੋਲ ਬੀ ਦੀਆਂ। ਨੈਕਸਟ ਹੈ ਆਰਗੇਨਾਈਜੇਸ਼ਨ, ਤਿੰਨ ਆਰਗੇਨਾਈਜੇਸ਼ਨ ਹੈਗੀ ਆਪਣੇ ਕੋਲ। ਇਹਨਾਂ ਦੇ ਕੁਈਨ ਜਿਹੜੀ ਹੈਗੀ ਆ ਉਹ ਸਭ ਤੋਂ ਲਾਰਜੈਸਟ ਹੋਏਗੀ। ਨੈਕਸਟ ਆਪਣੇ ਕੋਲ ਡਰੋਨ ਦਾ ਸਾਈਜ਼ ਦੇਖੋ, ਔਰ ਨੈਕਸਟ ਆਪਣੇ ਕੋਲ ਵਰਕਰ ਬੀਜ਼। ਇਹ ਤਿੰਨੋਂ ਹੀ ਟਾਈਪਸ ਹੈਗੀਆਂ। ਤਾਂ ਇਹਦਾ ਕੰਮ ਕੀ ਹੈ ਆਪਣੇ ਕੋਲ ਮੇਨਲੀ ਐਗ ਨੂੰ ਲੇ ਕਰਨਾ, ਔਰ ਇਹ ਪਰ ਡੇ ਜਿਹੜੇ ਹੈ ਲਗਭਗ 2000 ਅੰਡੇ ਲੇ ਕਰਦੀ ਹੈ ਪਰ ਡੇ। 2000 ਐਗ ਜਿਹੜੇ ਆ ਉਹ ਰਾਣੀ ਮੱਖੀ ਕੀ ਕਰੇਗੀ, ਲੇ। ਹਰੇਕ ਕਲੋਨੀ ਦੇ ਵਿੱਚ 40 ਤੋਂ 50 ਹਜ਼ਾਰ ਜਿਹੜੀਆਂ ਹਨੀ ਬੀਜ਼ ਹੋਣਗੀਆਂ। ਔਰ ਜਿਹੜੀ ਆਪਣੇ ਕੁਈਨ ਆ ਇਸ ਦਾ ਜਿਹੜਾ ਕ੍ਰੌਪ ਹੈ
ਵਿੰਗਸ ਆਰ ਸ਼ਾਰਟ ਬਟ ਕ੍ਰੋਪ ਇਜ਼ ਲੌਂਗ। ਕ੍ਰੋਪ ਦੇ ਕਿਉਂਕਿ ਕ੍ਰੋਪ ਆਪਾਂ ਪੇਟ ਨਹੀਂ ਕਹਿੰਦੇ, ਤੇ ਜਿਹੜਾ ਮੇਨਲੀ ਜਿਹੜਾ ਕ੍ਰੋਪ ਉਹਦਾ ਲੌਂਗ ਹੈ, ਲੇਕਿਨ ਵਿੰਗ ਐਂਡ ਲੈਗ ਜਿਹੜੇ ਹੈਗੇ ਆ ਉਹ ਕੀ ਹੈਗੇ ਆ, ਛੋਟੇ ਆ। ਔਰ ਇਟ ਹੈਜ਼ ਓਵਰੀ ਵਿਚ ਇਜ਼ ਫਿਲਡ ਵਿਦ ਦਾ ਐਗ। ਓਵਰੀ ਜਿਹੜੀ ਹੋਏਗੀ ਉਹਦੇ 'ਚ ਕੀ ਹੋਏਗਾ, ਐਗ ਹੋਣਗੇ। ਔਰ ਓਨਲੀ ਕੁਈਨ ਡਿਵੈਲਪ ਫਰੋਮ ਅ ਫਰਟੀਲਾਈਜ਼ਡ ਐਗ। ਓਨਲੀ ਵਨ ਕੁਈਨ ਜਿਹੜੀ ਹੈਗੀ ਉਹ ਜਿਹੜੇ ਫਰਟੀਲਾਈਜ਼ਡ ਐਗ ਹੋਣਗੇ ਉਹਦੇ ਤੋਂ ਪ੍ਰੋਡਿਊਸ ਹੋਏਗੀ। ਔਰ ਇਹ ਫੀਡ ਕਿੱਥੇ ਕਰਦੀ ਆ ਆਪਣੀ, ਰਾਇਲ ਜੈਲੀ। ਇਹ ਪੁੱਛ ਸਕਦੇ ਰਾਣੀ ਮੱਖੀ ਜਿਹੜੀ ਆ ਉਹਦੀ ਜਿਹੜੀ ਫੀਡ ਹੈ ਉਹ ਕੀ ਹੈਗੀ ਹੈ, ਰਾਇਲ ਜੈਲੀ ਹੋਏਗੀ। ਕਲੈਕਟ ਕੌਣ ਕਰਕੇ ਲਿਆ ਰਹੀਆਂ, ਉਹ ਵਰਕਰ ਬੀਜ਼ ਜਾਂਦੀਆਂ ਕਲੈਕਟ ਕਰਕੇ, ਜੋ ਕੁਈਨ ਨੂੰ ਦਿੰਦੀਆਂ। ਰਾਇਲ ਜੈਲੀ ਦੀ ਫੀਡ ਕੌਣ ਕਰਦਾ, ਕੁਈਨ ਕਰੇਗੀ। ਔਰ ਇਸ ਦਾ ਸੋਲ ਜਾਂ ਮੇਜਰ ਫੰਕਸ਼ਨ ਜਿਹੜਾ ਹੈਗਾ ਐਗ ਦੇਣਾ, ਜਿਹੜਾ 2000 ਐਗ ਪਰ ਐਵਰੀ ਡੇ ਦੇ ਰਿਹਾ। ਔਰ ਪੂਰੇ ਲਾਈਫ ਸਾਈਕਲ ਦੇ ਵਿੱਚ ਲਗਭਗ 15 ਲੱਖ ਜਿਹੜੇ ਐਗ ਹੈਗੇ ਆ ਉਹ ਕੌਣ ਦੇ ਰਿਹਾ, ਰਾਣੀ ਮੱਖੀ। 15 ਲੱਖ ਐਗ ਜਿਹੜੇ ਆ ਉਹਦੀ ਪ੍ਰੋਡਕਸ਼ਨ ਇੱਕ ਰਾਣੀ ਮੱਖੀ ਜਾਂ ਆਪਾਂ ਕਹਿ ਲਈਏ ਕੁਈਨ ਪੂਰੇ ਲਾਈਫ ਸਾਈਕਲ ਦੇ ਵਿੱਚ ਕਰੇ। ਨੈਕਸਟ ਡਰੋਨ। ਡਰੋਨ ਇਹ ਕਿਹੜਾ ਹੈਗਾ, ਇਹ ਆਪਣੇ ਕੋਲ ਹੈਪਲੋ ਹੈ, ਹੈਪਲੋ ਟਾਈਪ ਹੈ। ਇਸ ਦੇ ਦੇਖੋ ਦੂਸਰੇ ਜਿਹੜੀ ਰਾਣੀ ਮੱਖੀ ਉਹਦੇ 'ਚ ਕਿੰਨੇ ਨੰਬਰ ਆਫ ਕ੍ਰੋਮੋਸੋਮ ਹੈ, 32। ਲੇਕਿਨ ਜਿਹੜਾ ਇਹ ਡਰੋਨ ਹੈ ਇਹ ਅਨਫਰਟੀਲਾਈਜ਼ਡ ਐਗ ਤੋਂ ਬਣਦਾ। ਇੰਪੋਰਟੈਂਟ ਕੁਐਸਚਨ ਹੈ ਇਸ ਲਈ ਇਹ ਦੱਸ ਰਹੇ। ਜਿਹੜਾ ਡਰੋਨ ਹੈ ਉਹ ਕੀ ਹੋਏਗਾ, ਹੈਪਲੋਟਾਈਪ ਹੈ, ਅਨਫਰਟੀਲਾਈਜ਼ਡ ਐਗ ਤੋਂ ਫਾਰਮ ਹੋਇਆ। ਔਰ ਇਹਦੇ ਨੰਬਰ ਆਫ ਕ੍ਰੋਮੋਸੋਮ ਕਿੰਨੇ ਹੋਣਗੇ, 16 ਨੰਬਰ ਆਫ ਕ੍ਰੋਮੋਸੋਮ। ਦੇਖੋ ਸਪੀਸੀਜ਼ ਸੇਮ ਹੈ ਬਟ ਆਰਗੇਨਾਈਜੇਸ਼ਨ ਅਗਰ ਦੇਖਦੇ ਆ ਤਾਂ ਡਿਫਰੈਂਟ ਟਾਈਪ ਦੇ ਜਿਹੜੇ ਹੈਗੇ। ਡਰੋਨ ਦੇ ਵਿੱਚ ਦੇਖੋ ਕਿੰਨੇ ਹੈਗੇ, 16 ਕ੍ਰੋਮੋਸੋਮ ਹੈ। ਔਰ ਇਸ ਦਾ ਮੇਨ ਮੇਜਰ ਕੰਮ ਕੀ ਹੈ, ਇਹਦਾ ਕੰਮ ਹੈ ਕਿ ਜੋ ਸੋਲ ਡਿਊਟੀ ਜਿਹੜੀ ਹੈਗੀ ਹੈ ਫਰਟੀਲਾਈਜ਼ ਦੀ ਕੁਈਨ ਨੂੰ ਫਰਟੀਲਾਈਜ਼ ਨਾ ਕਰਨਾ, ਤਾਂ ਕਿ ਉਹਨਾਂ ਤੋਂ ਐਗ ਪ੍ਰੋਡਿਊਸ ਹੁੰਦੇ ਨੇ, ਫਰਟੀਲਾਈਜ਼ਡ ਐਗ ਆਉਂਦੇ ਨੇ। ਔਰ ਜਿਹੜੇ ਡਰੋਨ ਹੈ, ਡਰੋਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਟਿੰਗ ਨਹੀਂ ਹੁੰਦਾ, ਕੋਈ ਨਾ ਹੀ ਵੈਕਸ ਸਕ੍ਰੀਟਿੰਗ ਗਲੈਂਡ ਹੈ, ਕੁਛ ਨਹੀਂ ਹੈ। ਮੇਜਰ ਕੰਮ ਜੋ ਇਸ ਦਾ ਕੀ ਕਰਨਾ, ਜੋ ਰਾਣੀ ਮੱਖੀ ਹੈ ਉਸਨੂੰ ਫਰਟੀਲਾਈਜ਼ ਕਰਨਾ। ਤਾਂ ਨੈਕਸਟ ਆਪਣੇ ਕੋਲ ਕ੍ਰੋਮੋਸੋਮ ਨੰਬਰ 16 ਸੈਲਵਰੀ ਗਲੈਂਡ ਇਹਦੇ ਵਿੱਚ ਐਬਸੈਂਟ ਹੈ, ਵੈਕਸ ਵੀ ਕੋਈ ਕਿਸੇ ਤਰ੍ਹਾਂ ਕੋਈ ਸਕ੍ਰੀਸ਼ਨ ਨਹੀਂ ਕਰ ਰਹੇ, ਔਰ ਨਾ ਹੀ ਇਹਨਾਂ ਦੇ ਵਿੱਚ ਸਟਿੰਗ ਹੁੰਦਾ। ਸਾਰੇ ਦਾ ਸਾਰਾ ਲਾਸਟ ਵਾਲੀ ਜੋ ਵਰਕਰ ਬੀਜ਼ ਆ ਇਹ ਸਭ ਕੁਝ ਇਹਨਾਂ ਕੋਲ ਹੀ ਹੁੰਦਾ। ਵਰਕਰ ਬੀਜ਼ ਕਿਹੜੀਆਂ ਹੁੰਦੀਆਂ, ਇਹ ਫੀਮੇਲ ਹੋਣਗੀਆਂ। देयर इज a number is a maximum in a hive and ਇਹ ਕੀ ਹੋਣਗੇ, smallest being ਹੋਣਗੇ। ਔਰ ਇਹਨਾਂ ਦੇ ਕੀ ਹੋਏਗਾ, ਪੋਲਨ ਬਾਸਕਟ ਹੋਏਗੀ, ਹਿੰਡ ਲੈਗ ਜਿਹੜੀਆਂ ਹੋਣਗੀਆਂ, ਹਿੰਡ ਲੈਗ ਦੇ ਵਿੱਚ ਕੀ ਹੋਣਗੀਆਂ, ਪੋਲਨ ਬਾਸਕਟ ਹੋਣਗੇ, ਜਿੱਥੇ ਕੀ ਕਰਦੀਆਂ ਪੋਲਨ ਨੂੰ ਕਲੈਕਟ ਕਰ। ਤਾਂ ਵੈਕਸ ਗਲੈਂਡ ਕਿੱਥੇ ਪ੍ਰੈਜ਼ੈਂਟ ਹੁੰਦੀਆਂ, 2nd to 5th ਐਬਡੋਮੀਨਲ ਸੈਗਮੈਂਟ। ਐਬਡੋਮੀਨਲ ਸੈਗਮੈਂਟ ਜਿਹੜੀਆਂ ਹੋਣਗੀਆਂ ਇਹਨਾਂ ਦੇ 2nd to 5th ਵਿੱਚ ਕੀ ਹੋਣਗੀਆਂ, ਵੈਕਸ ਗਲੈਂਡ ਪ੍ਰੈਜ਼ੈਂਟ ਹੋਣਗੀਆਂ। ਪੁੱਛ ਸਕਦੇ ਆ ਵੈਕਸ ਗਲੈਂਡ ਦੀ ਜਿਹੜੀ ਹੈ ਪੋਜੀਸ਼ਨ ਕਿੰਨੀ ਹੈ, 2nd to 5th ਐਬਡੋਮੀਨਲ ਗਲੈਂਡ ਸੈਗਮੈਂਟ। ਔਰ ਵਰਕਰ ਬੀਜ਼ ਦਾ ਕੰਮ ਕੀ ਹੈ, ਇਹ ਹਨੀ ਕਲੈਕਟ ਕਰਨਗੀਆਂ, ਪੋਲਨ ਜਿਹੜੇ ਹੋਣਗੇ ਉਸ ਨੂੰ ਕਲੈਕਟ ਕਰਨਗੀਆਂ, ਨੈਕਟਰ ਜਿਹੜੇ ਫਲਾਵਰ ਤੋਂ ਲੈ ਕੇ ਆਉਣਗੇ ਉਹ ਮੇਨ ਹਾਈਵਸ ਤੱਕ ਲੈ ਕੇ ਆਉਣ। ਔਰ ਇਹ ਡਿਵੈਲਪ ਹੋਣਗੇ ਫਰਟੀਲਾਈਜ਼ਡ ਐਗ ਤੋਂ। ਲਾਈਫ ਸਪੈਨ ਇਹਨਾਂ ਦਾ ਜਿਹੜਾ ਹੈਗਾ ਵੇਰੀਏਬਲ ਹੈ। ਇਸੇ ਸਾਰੇ ਦੀ ਸਾਰੀ ਡਿਟੇਲ ਤੇ ਔਰ ਨੈਕਸਟ ਆਪਾਂ ਦੇਖਦੇ ਹਾਂ ਕਿ ਮਾਡਰਨ ਮੈਥਡ ਜਿਹੜਾ ਐਪੀਕਲਚਰ ਦਾ ਕਿੱਦਾਂ ਚੱਲਦਾ ਹੈ। ਇਹ ਤਿੰਨੋਂ ਜੋ ਕਲਾਸਿਸ ਸੀਗੀਆਂ ਇੱਕ ਹਾਈਵ ਦੇ ਵਿੱਚ ਜੋ ਉਸਦੀ ਆਰਗੇਨਾਈਜੇਸ਼ਨ ਹੋਈ ਹੁੰਦੀ ਹੈ, ਉਸ ਦੇ ਵਿੱਚ ਕਿਸ ਟਾਈਪ ਦੀਆਂ ਬੀਜ਼ ਹੁੰਦੀਆਂ, ਕਿਵੇਂ ਵਰਕ ਕਰਦੇ। ਨੈਕਸਟ ਆਪਣੇ ਕੋਲ ਅਗਰ ਹਨੀ ਬੀਜ਼ ਦੀ ਰੇਅਰਿੰਗ ਕਰਨੀ ਹੈ ਤਾਂ ਉਹਦੇ ਲਈ ਕੀ ਚਾਹੀਦਾ ਹੈ, ਨੌਲੇਜ ਆਫ ਦੀ ਨੇਚਰ ਐਂਡ ਹੈਬਿਟੇਟ ਆਫ ਦੀ ਬੀ। ਆਪਾਂ ਨੂੰ ਬੀਜ ਦੀ ਨੇਚਰ ਔਰ ਉਹਨਾਂ ਦੇ ਹੈਬਿਟਸ ਬਾਰੇ ਪਤਾ ਹੋਣਾ ਚਾਹੀਦਾ ਕਿ ਕਿੱਦਾਂ ਦੀ ਉਹਨਾਂ ਦੀ ਹੈਬਿਟਸ ਹੈ, ਕਿੱਦਾਂ ਦਾ ਉਹਨਾਂ ਦੀ ਨੇਚਰ ਹੈ। ਔਰ ਸਿਲੈਕਸ਼ਨ ਐਂਡ ਸੁਟੇਬਲ ਲੋਕੇਸ਼ਨ ਫਾਰ ਕੀਪਿੰਗ ਬੀ ਹਾਈਵ।
ਤਾਂ ਇਸ ਦੀ ਸਿਲੈਕਸ਼ਨ ਇਹ ਹੋਣੀ ਚਾਹੀਦੀ ਹੈ ਕਿ ਜਿੱਥੇ ਆਪਾਂ ਨੂੰ ਮੈਕਸਿਮਮ ਨੰਬਰ ਆਫ ਆਪਾਂ ਜਾਂ ਯੀਲਡ ਮੈਕਸਿਮਮ ਮਿਲ ਸਕੇ। ਕਿ ਜਿੱਥੇ ਫਲਾਵਰਿੰਗ ਹੋਏਗੀ ਆਪਾਂ ਮੋਸਟਲੀ ਆਪਾਂ ਉਸ ਜਗ੍ਹਾ ਤੇ ਪ੍ਰੈਫਰ ਕਰਾਂਗੇ ਕਿ ਹਾਈਵਸ ਜਿਹੜੇ ਆ ਬੀ ਹਾਈਵ ਨੂੰ ਉੱਥੇ ਰੱਖਿਆ ਜਾਏ ਕਿ ਜਿੱਥੇ ਕੀ ਆ ਕਰੋਪ ਇੱਦਾਂ ਦੀ ਹੋਏ ਜਿੱਥੇ ਫਲਾਵਰਿੰਗ ਜ਼ਿਆਦਾ ਹੋਏ ਔਰ ਉਸ ਨਾਲ ਦੋਨੋਂ ਤਰ੍ਹਾਂ ਦਾ ਹੀ ਬੈਨੀਫਿਟ ਹੋ ਜਾਏਗਾ, ਕਰੋਪ ਨੂੰ ਵੀ ਹੋਏਗਾ ਔਰ ਬੀ ਹਾਈਵਸ ਦੇ ਵਿੱਚ ਜੋ ਆਪਾਂ ਹਾਈਵ ਰੱਖੇ ਆ ਤਾਂ ਉਸਨੂੰ ਵੀ ਬੈਨੀਫਿਟ ਹੋਏਗਾ ਕਿ ਉਸ ਦੇ ਵਿੱਚ ਜੋ ਹਨੀ ਹੈ ਜ਼ਿਆਦਾ ਕਲੈਕਟ ਹੋਏਗੀ। ਕੈਚਿੰਗ ਐਂਡ ਹਾਈਵਿੰਗ ਆਫ ਸਵਾਨ ਕਿ ਜੋ ਜਿਹੜੇ ਗਰੁੱਪ ਹੋਣਗੇ ਬੀਜ਼ ਨੇ ਉਸਨੂੰ ਕਿੱਦਾਂ ਪਕੜਨਾ ਜਾਂ ਕਿੱਦਾਂ ਹੈਂਡਲ ਕਰਨਾ। ਮੈਨੇਜ ਦੀ ਬੀ ਹਾਈਵਸ ਡਿਊਰਿੰਗ ਦ ਡਿਫਰੈਂਟ ਸੀਜ਼ਨ, ਔਰ ਹਰੇਕ ਸੀਜ਼ਨ ਤੋਂ ਬਾਅਦ ਜਿਹੜੇ ਬੀ ਹਾਈਵਸ ਹੈਗੇ ਆ ਉਸਨੂੰ ਕਿੱਦਾਂ ਮੈਨੇਜ ਕਰਨਾ। ਔਰ ਹੈਂਡਲਿੰਗ ਐਂਡ ਕਲੈਕਸ਼ਨ ਦੀ ਹਨੀ ਐਂਡ ਬੀ ਵੈਕਸ ਐਂਡ ਹਨੀ ਨੂੰ ਕਿਸ ਤਰ੍ਹਾਂ ਆਪਾਂ ਕਲੈਕਟ ਕਰਨਾ, ਇਹ ਸਾਰੀਆਂ ਪ੍ਰੈਕਟਿਸਿਸ ਦੇ ਰੱਖੀਆਂ ਕਿ ਇਹ ਚੀਜ਼ਾਂ ਚਾਹੀਦੀਆਂ ਅਗਰ ਇੱਕ ਹਨੀ ਦੀ ਬੀ ਦੀ ਹਨੀ ਜਾਂ ਐਪੀਕਲਚਰ ਕਰਨਾ ਜਾਂ ਬੀ ਕੀਪਿੰਗ ਕਰਨਾ, ਤਾਂ ਇਹ ਸਾਰੇ ਦੇ ਸਾਰੀਆਂ ਆਪਾਂ ਨੂੰ ਚੀਜ਼ਾਂ ਦੀ ਨੌਲੇਜ ਹੋਣੀ ਜ਼ਰੂਰੀ ਹੈ। ਨੈਕਸਟ ਹੈ ਲਾਈਫ ਸਪੈਨ ਹਨੀ ਦੀ, ਆਲਰੇਡੀ ਆਪਾਂ ਕਰ ਹੀ ਚੁੱਕੇ ਹਾਂ ਵਾਲਾ। ਔਰ ਜਿਹੜੇ ਐਗ ਹੋਣਗੇ ਉਹ 3 ਦਿਨ ਤੋਂ ਬਾਅਦ ਕੀ ਹੋਣਗੇ, ਹੈਚ ਹੋਣਗੇ। ਤਾਂ ਉਸ ਦੇ ਵਿੱਚ ਜੋ ਪਹਿਲਾਂ ਲਾਰਵਾ ਨਿਕਲੇਗਾ ਉਹ ਕਿਹੜੇ ਵਾਲਾ ਹੁੰਦਾ, ਗਰੂਪ। ਯਾਦ ਰੱਖਣਾ ਕਿਹੜੇ ਵਾਲਾ, ਗਰੂਪ। ਉੱਥੇ ਜੋ ਲਾਰਵਾ ਸੀ ਜਾਂ ਕਾਟਰਪਿਲਰ ਆਪਾਂ ਕਹਿੰਦੇ ਸੀ ਸੈਰੀਕਲਚਰ ਦੇ ਵਿੱਚ ਲਾਰਵਾ ਜਿਹੜਾ ਕਾਟਰਪਿਲਰ ਕਹਿ ਦਿੰਦੇ ਸੀ, ਇੱਥੇ ਜਿਹੜਾ ਗਰੂਪ ਹੈ। ਲਾਰਵੇ ਦੇ ਕੁਐਸਚਨ ਆ ਜਾਂਦਾ ਕਿਸ ਵਾਲੇ ਲਾਰਵੇ ਨੂੰ ਗਰੂਪ ਦਾ ਨਾਮ ਦਿਆ ਜਾਂਦਾ, ਤਾਂ ਨੀਚੇ ਸਪੇਸਿਸ ਦੇ ਰੱਖੀਆਂ ਹੁੰਦੀਆਂ ਤਾਂ ਆਪਾਂ ਫਿਰ ਉਸ ਤੋਂ ਦੇਖਣਾ ਹੁੰਦਾ ਕਿ ਕਿਹੜੇ ਵਾਲੇ ਲਾਰਵੇ ਨੂੰ ਗਰੂਪ ਕਿਹਾ ਗਿਆ। ਤਾਂ ਐਵੇਂ ਨੈਕਸਟ ਦੇ ਵਿੱਚ ਲੈਕ ਦੇ ਵਿੱਚ ਵੀ ਆਪਣੇ ਕੋਲ ਕੀ ਆਏਗਾ, ਨਿੰਫ ਆਏਗਾ। ਤਾਂ ਲਾਰਵੇ ਦੇ ਕੁਐਸਚਨ ਬਹੁਤ ਵਾਰ ਪੁੱਛਿਆ ਜਾ ਚੁੱਕਿਆ ਇਸ ਤੋਂ ਪਹਿਲਾਂ। ਤਾਂ ਹੈਚਿੰਗ ਵਾਈਟ ਲਾਰਵਾ ਜਿਹੜਾ ਹੋਏਗਾ ਉਹਨੂੰ ਆਪਾਂ ਕੀ ਕਹਾਂਗੇ, ਗਰੂਪ ਕਹਾਂਗੇ। ਔਰ ਇਮਰਜ ਵਿਚ ਇਜ਼ ਫੀਡ ਬਾय ਅ ਵਰਕਰ, ਤਾਂ ਜਿਹੜਾ ਗਰੂਪ ਹੋਏਗਾ ਉਸਨੂੰ ਫੀਡ ਕਰਿਆ ਜਾਏਗਾ ਵਰਕਰ ਬੀਜ਼ ਦੁਆਰਾ। ਜੋ ਲਾਰਵਾ ਹੋਏਗਾ, ਲਾਰਵਾ ਕੀ ਕਰੇਗਾ, ਅੱਗੇ ਫੀਡ ਕਰੇਗਾ ਕਿਹਨਾਂ ਦੀ ਹੈਲਪ ਨਾਲ, ਫੀਡ ਕਰੇਗਾ with the help of worker। 4 days ਜਦੋਂ ਹੋ ਜਾਣਗੇ ਲਾਈਫ ਸਪੈਨ ਦੇ, ਤਾਂ 4 days ਤੋਂ ਬਾਅਦ ਕੀ ਕਰਨਗੇ ਵਰਕਰ ਬੀਜ਼, ਇਹਨਾਂ ਨੂੰ ਪੋਲਨ ਤੇ ਹਨੀ ਸਾਰੇ ਜਿੰਨੇ ਵੀ ਬੇਬੀ ਬੀਜ਼ ਹੋਣਗੇ ਉਹਨਾਂ ਨੂੰ ਸਪਲਾਈ ਕਰਨਾ ਸ਼ੁਰੂ ਕਰ ਦੇਣਗੇ ਵਰਕਰ ਬੀਜ਼। 4 days ਤੋਂ ਹਨੀ ਐਂਡ ਪੋਲਨ ਦੇਣਾ ਉਹਨਾਂ ਨੂੰ ਸਟਾਰਟ ਕਰ ਦੇਣਗੀਆਂ। 7 days ਤੋਂ ਬਾਅਦ ਵਿੱਚ ਕੀ ਹੋਊਗਾ, ਰੋਇਲ ਜੈਲੀ ਜਿਹੜੀ ਹੈਗੀ ਆ ਉਹ ਸਕ੍ਰੀਟ ਕਰਨਗੀਆਂ ਮੈਕਸਿਲਰੀ ਗਲੈਂਡ ਤੋਂ। ਵਰਕਰ ਬੀ ਮੈਕਸਿਲਰੀ ਗਲੈਂਡ ਤੋਂ ਰੋਇਲ ਜੈਲੀ ਨੂੰ ਸਕ੍ਰੀਟ ਕਰਨਗੇ। ਔਰ ਰੋਇਲ ਜੈਲੀ ਤੋਂ ਫੀਡ ਕੌਣ ਕਰੇਗਾ, ਲਾਰਵਾ, ਪਿਊਪਾ, ਕੁਈਨ ਬੀ ਐਂਡ ਫੀਡ ਔਨ ਦਿਸ ਜੈਲੀ। ਜਿਹੜਾ ਲਾਰਵਾ ਹੈਗਾ, ਪਿਊਪਾ ਐਂਡ ਕੁਈਨ ਜਿਹੜੀ ਹੈਗੀ ਇਹ ਸਾਰੇ ਕੀ ਕਰਨਗੇ, ਰੋਇਲ ਜੈਲੀ ਤੋਂ ਫੀਡ ਕਰਨਾ ਸ਼ੁਰੂ ਕਰ ਦੇਣਗੇ। ਕਿਉਂਕਿ ਜਿਹੜੀ ਆਪਣੀ ਕੁਈਨ ਨੇ ਸਿਰਫ ਰੋਇਲ ਜੈਲੀ ਤੇ ਹੀ ਫੀਡ ਕਰਨਾ, ਤਾਂ ਇਸ ਲਈ ਜਿਹੜੇ ਆਪਣੇ ਦੂਸਰੇ ਬੇਬੀ ਬੀ ਸੀ ਤਾਂ ਉਹਨਾਂ ਨੂੰ ਤਾਂ 4th ਡੇ ਤੋਂ ਸਟਾਰਟ ਕਰਤਾ ਫੀਡ ਕਰਨਾ ਔਰ ਉਹਨਾਂ ਨੂੰ ਹਨੀ ਹੀ ਦਿੱਤਾ ਜਾ ਰਿਹਾ। 12 days ਤੇ ਕੀ ਹੋਏਗਾ, 12 ਤੋਂ 18 days ਵੈਕਸ ਦੀ ਸਿਕ੍ਰੀਸ਼ਨ ਹੋਏਗੀ। ਤਾਂ ਜੋ ਹਾਈਵ ਜਿੱਥੋਂ ਵੀ ਕਿਤੇ ਖਰਾਬ ਹੋ ਗਿਆ ਤਾਂ ਉਸਦੀ ਮੇਨਟੇਨੈਂਸ ਕਰਦੇ ਆ ਵਰਕਰ ਬੀਜ਼। secretion of wax from a wax gland also starts. Egg destined to become a drone are unfertilized and are laid in a cell of slightly greater diameter than those of the worker bee। ਔਰ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਵਾਲਾ ਐਗ ਹੈ ਜਿਸ ਤੋਂ ਡਰੋਨ ਬਣਨਾ, ਤਾਂ ਉਸਨੂੰ ਇੱਕ ਲਾਰਜਰ ਡਾਇਆਮੀਟਰ ਵਾਲੇ ਜਿਹੜਾ ਹਾਈਵ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਏਗਾ ਕਿ ਜਿਸ ਤੇ ਉਸਦੇ ਜੋ ਇਫੈਕਟ ਹੈ ਕਿਸੇ ਤਰ੍ਹਾਂ ਦਾ ਨਾ ਹੋਵੇ। ਐਗ destined to become a drone are unfertilized and are laid in a cell of slightly greater diameter than those of the worker। ਕਿਉਂਕਿ ਵਰਕਰ ਦਾ ਸਾਈਜ਼ ਛੋਟਾ ਹੁੰਦਾ ਲੇਕਿਨ ਜਿਹੜਾ ਡਰੋਨ ਹੈ ਉਸਨੂੰ ਇੱਕ ਖਾਸ ਸੈੱਲ ਦੇ ਵਿੱਚ ਰੱਖਿਆ ਜਾਏਗਾ ਹਾਈਵ ਦੇ ਵਿੱਚ ਜਿਹਦਾ ਡਾਇਆਮੀਟਰ ਥੋੜਾ ਗ੍ਰੇਟਰ ਹੋਏ। ਔਰ ਆਲਰੇਡੀ ਇਹਨਾਂ ਨੂੰ ਜੋ ਬੀਜ਼ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਵਾਲਾ ਜਿਹੜਾ ਐਗ ਹੈ ਜਿਹਦੇ 'ਚ ਡਰੋਨ ਹੋਏਗਾ ਉਸ ਐਗ ਨੂੰ ਪਹਿਲਾਂ ਤੋਂ ਹੀ
ਸਾਈਡ ਤੇ ਜਾਂ ਇੱਕ ਉਹਨਾਂ ਦੇ ਲਾਗੂ ਕੇਅਰ ਕਰਨਾ ਸ਼ੁਰੂ ਕਰ ਦਿੰਦੇ ਆ। ਡਰੋਨ ਡਿਵੈਲਪਡ ਪਾਰਥੈਨੋਜੈਨੇਟਿਕਲੀ। ਪਾਰਥੈਨੋਜੈਨੇਟਿਕਲੀ ਆਪਾਂ ਕਹਿੰਦੇ ਆ ਜਿਹੜੇ ਅਨਫਰਟੀਲਾਈਜੇਸ਼ਨ ਤੋਂ ਕੋਈ ਚੀਜ਼ ਬਣੇ ਜਾਂ ਅਨਫਰਟੀਲਾਈਜ਼ਡ ਐਗ ਤੋਂ ਬਣੇ, ਉਸ ਨੂੰ ਆਪਾਂ ਕੀ ਕਹਿੰਦੇ ਆ, ਪਾਰਥੈਨੋਜੈਨੇਟਿਕਲੀ from unfertilized egg. Don't develop parthenogenetically from unfertilized egg. The next ਆਪਣੇ ਕੋਲ ਇਹਦੇ ਵਿੱਚ the egg hatched in a royal chamber is look, ਬਸ ਇਹਨਾਂ ਬਹੁਤਾ ਕਰਨ ਦੀ ਲੋੜ ਨਹੀਂ ਹੈ, ਬਸ ਆਪਾਂ ਦੇਖਣਾ ਕਿ 4 days ਤੋਂ ਹਨੀ ਦੇਣਾ ਸ਼ੁਰੂ ਕਰਤਾ, ਹਨੀ ਬੀਜ਼ ਜੋ ਬੇਬੀ ਬੀਜ਼ ਆ, 7 days ਤੋਂ ਰੋਇਲ ਜੈਲੀ ਔਰ 12 ਤੋਂ 8 days ਤੋਂ ਵੈਕਸ ਦੀ ਸਿਕ੍ਰੀਸ਼ਨ ਕਰਨੀ ਸ਼ੁਰੂ ਕਰ ਦਿੰਦੀ ਹੈ। ਤਾਂ ਡਰੋਨ ਜਿਹੜਾ ਉਸਨੂੰ ਇੱਕ ਖਾਸ ਤਰ੍ਹਾਂ ਦੇ ਸੈੱਲ ਦੇ ਵਿੱਚ ਰੱਖਿਆ ਜਾਏਗਾ, ਜਿਹੜਾ ਕਿ ਜਿਹਦਾ ਡਾਇਮੀਟਰ ਥੋੜਾ ਗ੍ਰੇਟਰ ਹੋਏਗਾ ਨੋਰਮਲ ਸੈੱਲ ਨਾਲ। ਤਾਂ ਡਰੋਨ ਜਿਹੜਾ ਪਾਰਥੈਨੋਜੈਨੇਟਿਕਲੀ ਫਾਰਮ ਹੋਏਗਾ ਕਿਉਂਕਿ ਇਹਦੇ ਨੰਬਰ ਆਫ ਕ੍ਰੋਮੋਸੋਮ ਕਿੰਨੇ ਹੈ, 16 ਕ੍ਰੋਮੋਸੋਮ ਹੋਣਗੇ ਔਰ ਇਹ ਅਨਫਰਟੀਲਾਈਜ਼ਡ ਐਗ ਤੋਂ ਫਾਰਮ ਹੋਏਗਾ। ਨੈਕਸਟ ਨੈਕਟਰ ਕਲੈਕਸ਼ਨ ਐਂਡ ਹਨੀ ਪ੍ਰੈਪਰੇਸ਼ਨ ਕਿੱਦਾਂ ਹੋਏਗੀ। ਸੁਕਰੋਸ ਨੈਕਟਰ ਦੇ ਵਿੱਚ ਮੇਨਲੀ ਹੁੰਦਾ ਕੀ ਹੈ, ਸੁਕਰੋਸ ਹੋਏਗਾ ਔਰ ਇਹਦੇ 'ਚ ਇਨਵਰਟੇਜ ਐਂਜ਼ਾਈਮ ਕੰਮ ਕਰੇਗਾ, ਗਲੂਕੋਸ ਪਲੱਸ ਫਰਕਟੋਸ ਬਣੇਗਾ। ਇਹ ਦੇਖੋ ਹਨੀ ਦੇ ਵਿੱਚ ਦੋ ਚੀਜ਼ਾਂ ਆ ਗਈਆਂ, ਗਲੂਕੋਸ ਐਂਡ ਫਰਕਟੋਸ। ਨੈਕਟਰ ਇਜ਼ ਸਟੋਰਡ ਇਨ ਅ ਕਰੋਪ, ਇਹ ਕਰੋਪ ਦੇ ਵਿੱਚ ਸਟੋਰ ਕਰਿਆ ਜਾਏਗਾ। ਐਕਸਟਰਾ ਅਮਾਊਂਟ ਆਫ ਵਾਟਰ ਇਜ਼ ਇਵੈਪੋਰੇਟਡ ਬਾਈ the ਫੈਨਰਸ ਬੀਨ, this considered product is called honey which is a secondary product of apiculture। ਜੋ ਆਪਾਂ ਪ੍ਰਾਇਮਰੀ ਪ੍ਰੋਡਕਟ ਕਹਿੰਦੇ ਆ ਨਾ, ਆਪਣੇ ਅਕੋਰਡਿੰਗ ਜਿਹੜਾ ਪ੍ਰਾਇਮਰੀ ਪ੍ਰੋਡਕਟ ਹੈ ਉਹ ਤਾਂ ਹਨੀ ਆਪਾਂ ਸਮਝਦੇ ਹਾਂ, ਲੇਕਿਨ ਬੀਜ਼ ਅਕੋਰਡਿੰਗ ਜਿਹੜਾ ਹੈ ਪ੍ਰਾਇਮਰੀ ਪ੍ਰੋਡਕਟ, ਅਗਰ ਬੀ ਦੇ ਅਕੋਰਡਿੰਗ ਦੇਖਦੇ ਆ ਤਾਂ ਪ੍ਰਾਇਮਰੀ ਪ੍ਰੋਡਕਟ ਜਿਹੜਾ ਹੈ ਉਹ ਵੈਕਸ ਹੈ। ਕੀ ਹੈ, ਵੈਕਸ। ਕਿਉਂਕਿ ਬੀਜ਼ ਨੂੰ ਤਾਂ ਰਹਿਣ ਲਈ ਚਾਹੀਦਾ ਨਾ, ਜਿੱਦਾਂ ਸ਼ੈਲਟਰ ਚਾਹੀਦਾ, ਤਾਂ ਵੈਕਸ ਇੱਕ ਤਰ੍ਹਾਂ ਦਾ ਹਾਈਵ ਫਾਰਮ ਕਰਨ ਵਿੱਚ ਹੈਲਪ ਕਰਦਾ। ਤਾਂ ਇਸ ਲਈ ਵੈਕਸ ਜਿਹੜੀ ਹੈ ਪ੍ਰਾਇਮਰੀ ਪ੍ਰੋਡਕਟ, ਅਗਰ ਬੀ ਦੀ ਗੱਲ ਕਰਦੇ ਤਾਂ ਕਿਹੜੇ ਵਾਲਾ ਹੈਗਾ, ਵੈਕਸ। ਔਰ ਜਿਹੜਾ ਸੈਕੰਡਰੀ ਪ੍ਰੋਡਕਟ ਹੈ ਉਹ ਕਿਹੜੇ ਹੋਏਗਾ, ਉਹ ਹੋਏਗਾ ਹਨੀ। ਤੇ ਵਰਕਰ ਬੀਜ਼ ਜਿਹੜੀਆਂ ਉਹ ਪੈਨ ਦੇ ਜ਼ਰੀਏ ਕੀ ਕਰਨਗੀਆਂ, ਜਿਹੜਾ ਐਕਸਟਰਾ ਅਮਾਊਂਟ ਹੋਏਗਾ ਵਾਟਰ ਦਾ ਉਸ ਨੂੰ ਕੀ ਕਰ ਦੇਣਗੀਆਂ, ਵੈਪੋਰੇਟ ਕਰਾ ਦੇਣਗੀਆਂ। ਔਰ ਜੋ ਕਨਸੈਂਟਰੇਟਿਡ ਪ੍ਰੋਡਕਟ ਰਹੇਗਾ ਉਹ ਆਪਣੇ ਕੋਲ ਕੀ ਰਹੇਗਾ, ਬਾਅਦ ਵਿੱਚ ਹਨੀ ਰਹੇਗਾ। ਹੁਣ ਨੈਕਸਟ ਹੈ ਕਮਿਊਨੀਕੇਸ਼ਨ, ਕਿਉਂਕਿ ਇਹ ਵੀ ਇੱਕ ਦੂਸਰੇ ਨੂੰ ਸਿਗਨਲ ਦਿੰਦੀਆਂ। ਕਮਿਊਨੀਕੇਸ਼ਨ ਇੱਕ ਸਾਇੰਟਿਸਟ ਹੀ ਕਹਿ ਲਓ, ਉਸਨੇ ਕੀ ਕਰਿਆ, ਕਾਰਲ ਵੌਨ ਫ੍ਰਿਸ਼ ਨੇ ਇਹਨੇ ਡਿਸਕਵਰ ਕਰਿਆ ਸੀ ਕਮਿਊਨੀਕੇਸ਼ਨ, ਕਿ ਇੱਕ ਬੇਸ ਦੂਸਰੇ ਦੇ ਨਾਲ ਕਿੱਦਾਂ ਕਮਿਊਨੀਕੇਟ ਕਰਦੀ ਹੈ। ਇਸਨੇ ਕੀ ਕਰਿਆ ਸੀ, ਕਮਿਊਨੀਕੇਸ਼ਨ ਡਿਸਕਵਰ ਦੀ ਕਮਿਊਨੀਕੇਸ਼ਨ ਇਨ ਅ ਬੇਸ, ਕਿ ਇੱਕ ਦੂਜੇ ਨਾਲ ਕਿੱਦਾਂ ਸ਼ੇਅਰ ਕਰਦੇ ਕਿ ਕਿਸ ਜਗ੍ਹਾ ਤੇ ਕਿਸ ਤਰ੍ਹਾਂ ਦੇ ਫਲਾਵਰ ਹੈ ਜਾਂ ਕਿੱਦਾਂ ਕਿੰਨੀ ਦੂਰੀ ਤੇ ਹੈ। ਤਾਂ ਇਹਨਾਂ ਨੇ ਇੱਕ ਡਾਂਸਿੰਗ ਦੇ ਜ਼ਰੀਏ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਦੇ ਆ। ਤੇ ਅਗਰ ਇਹ ਰਾਊਂਡ ਡਾਂਸ ਕਰਨ, ਅਗਰ ਕੋਈ ਬੇਸ ਕੀ ਕਰੇ, ਰਾਊਂਡ ਡਾਂਸ ਕਰੇ, ਤਾਂ ਇਟ ਮੀਨਸ ਜਿਹੜੇ ਆ ਸੋਰਸ ਜਿਹੜਾ ਫੂਡ ਦਾ ਉਹ ਕਿੱਥੇ ਹੈਗਾ, ਲੈਸ ਦੈਨ 17 ਮੀਟਰ ਫਰੋਮ ਹਾਈਵ। ਤਾਂ ਨੈਕਸਟ ਹੈ ਟੇਲ ਵਿੰਗਿੰਗ ਡਾਂਸ। ਅਗਰ ਟੇਲ ਵਿੰਗਿੰਗ ਡਾਂਸ ਕਰਨ ਤਾਂ ਇਟ ਮੀਨਸ ਕੀ ਹੈ ਕਿ ਜੋ ਫੂਡ ਹੈ ਉਹ ਹਾਈਵ ਤੋਂ ਕਿੰਨਾ ਹੈਗਾ, 75 ਮੀਟਰਸ ਤੋਂ ਦੂਰ ਆ। ਤਾਂ ਇਸਨੇ ਇਹ ਦੇਖਿਆ ਜਾਏਗਾ ਕਿ ਕਿਸ ਤਰ੍ਹਾਂ ਇਹ ਕਮਿਊਨੀਕੇਟ ਕਰ ਰਹੀਆਂ, ਹਨੀ ਬੀਜ਼ ਇੱਕ ਦੂਸਰੇ ਨਾਲ ਕਿੱਦਾਂ ਕਮਿਊਨੀਕੇਟ ਕਰਦੀਆਂ। ਮਤਲਬ ਨਾਮ ਦੇਖਣਾ, ਕਾਰਲ ਵੌਨ ਫ੍ਰਿਸ਼। ਰਾਊਂਡ ਡਾਂਸ ਵਾਸਤੇ 75 ਮੀਟਰ ਤੋਂ ਘੱਟ ਹੈ ਡਿਸਟੈਂਸ ਫੂਡ ਦਾ, ਜਿੱਥੇ ਫਲਾਵਰ ਹੈਗੇ ਜਾਂ ਕੋਈ ਕ੍ਰੋਪ ਹੈ ਮੇਨ। ਅਗਰ ਟਾਲ ਵਿੰਗਿੰਗ ਡਾਂਸ ਕਰਦੇ ਤਾਂ ਇਟ ਮੀਨਸ ਜਿਹੜਾ ਉਹ ਫਾਰ ਡਿਸਟੈਂਸ ਤੇ ਹੈ, ਮੋਰ ਦੈਨ 75 ਮੀਟਰ ਤੋਂ, ਮੋਰ ਦੈਨ 75 ਮੀਟਰ ਤੇ ਹੈ। ਤਾਂ ਨੈਕਸਟ ਹੈ ਹਨੀ ਦੀ ਕੰਪੋਜੀਸ਼ਨ। ਹਨੀ ਜਿਹੜਾ ਇਹਦੇ 70% ਕੀ ਹੋਏਗਾ, ਵਾਟਰ ਹੋਏਗਾ। ਨੀਚੇ ਦੇ ਰੱਖਿਆ ਕੰਟੈਂਟ ਦੇਖਦੇ, ਸਲਾਈਟਲੀ ਐਸਿਡਿਕ ਹੈ। ਤਾਂ ਇਸ ਚੀਜ਼ ਤੇ ਕੁਐਸਚਨ ਆਇਆ ਸੀ, ਵਾਟਰ ਕਿੰਨਾ ਹੈਗਾ, 70 ਤੋਂ 20%, ਫਰਕਟੋਸ ਕਿੰਨਾ, 40 ਤੋਂ 45%, ਗਲੂਕੋਸ ਕਿੰਨਾ, 30%। ਏਦਾਂ ਪਰਸੈਂਟੇਜ ਨਹੀਂ ਪੁੱਛੀ ਸੀ, ਆਹ ਲਾਈਕ ਟੇਬਲ 'ਚ ਪੁੱਛਿਆ ਹੋਇਆ ਸੀ ਕਿ ਹਨੀ ਦੇ ਵਿੱਚ ਕਿਹੜੇ ਕਿਹੜੇ ਵਾਲਾ ਮੇਜਰ ਕੰਪੋਨੈਂਟ ਹੈ, ਉਹਦਾ ਕੰਪੋਜੀਸ਼ਨ ਸਭ ਤੋਂ ਜ਼ਿਆਦਾ ਕੀਤੀ ਹੈ। ਇਸ ਟਾਈਪ ਦਾ ਕੁਝ ਕੁਐਸਚਨ ਸੀ, ਹੁਣ ਪ੍ਰੋਪਰ ਯਾਦ ਨਹੀਂ ਹੈ। ਤਾਂ ਸਭ ਤੋਂ ਜ਼ਿਆਦਾ ਇਹਦੇ 'ਚ ਕੀ ਹੈ, ਫਰਕਟੋਸ ਹੋਏਗਾ। ਸੈਕਿੰਡ ਹਾਈਐਸਟ ਜਿਹੜਾ ਇਹ ਆਪਣੇ ਕੋਲ ਗਲੂਕੋਸ, ਥਰਡ ਵਾਲਾ ਵਾਟਰ,
और इस 'ਚ ਸੁਕਰੋਸ ਵੀ ਹੈ, ਕਿਉਂਕਿ ਸਾਰੇ ਦਾ ਸਾਰਾ ਤਾਂ ਇਨਵਰਟਿਸ ਐਂਜ਼ਾਈਮ ਚੇਂਜ ਨਹੀਂ ਕਰ ਪਾਏਗਾ, ਸੁਕਰੋਸ ਫਿਰ ਵੀ ਕੰਟੈਂਟ ਰਹੇਗਾ ਹੀ ਰਹੇਗਾ। ਐਂਜ਼ਾਈਮ ਕਿੰਨਾ 2.21%, ਮਿਨਰਲ ਕਿੰਨੇ 1%, ਵਿਟਾਮਿਨਸ ਕਿਹੜੇ B1 B6 C ਐਂਡ D, ਇਹ ਵਾਲੇ ਵਿਟਾਮਿਨਸ ਪ੍ਰੈਜ਼ੈਂਟ ਹੋਣਗੇ। ਨੈਕਸਟ ਹੈ ਬੀ ਵੈਕਸ। ਇਹ ਸਾਰਾ ਐਪੀਕਲਚਰ ਜਿਹੜੀ ਆਪਾਂ ਕਰ ਰਹੇ ਹਾਂ ਉਸ ਤੇ ਹੀ ਹੈ। ਪਹਿਲਾਂ ਤਾਂ ਹਨੀ ਹੋ ਗਿਆ, ਹੁਣ ਸੈਕਿੰਡ ਵਾਲਾ ਜਿਹੜਾ ਪ੍ਰੋਡਕਟ ਹੈ ਉਹ ਕਿਹੜਾ ਹੈ, ਬੀ ਵੈਕਸ। The natural secretory product, it is very useful product of a beekeeping. It obtained from a beehive, or this secretion of worker bees of abdominal gland. ਹੋ ਸਕਦਾ ਹੈ ਕਿ ਵੈਕਸ ਕਿੱਥੋਂ ਆਉਂਦੀ ਹੈ, abdominal gland ਤੋਂ ਆਏਗੀ, ਜਿਹਦੇ ਕਿੱਥੋਂ ਹੋਏਗੀ 2 to 5th ਜਿਹੜੇ ਸੈਗਮੈਂਟ ਹੋਣਗੇ, ਸੈਗਮੈਂਟ ਤੋਂ ਕੀ ਹੋਏਗਾ, ਇਹਨਾਂ ਦੇ ਸਿਕ੍ਰੇਸ਼ਨ ਹੋਏਗੀ। 2nd to 5th abdominal ਸੈਗਮੈਂਟ ਜਿਹੜੀਆਂ ਹੋਣਗੀਆਂ ਉੱਥੋਂ ਕੀ ਹੋਏਗਾ, ਵੈਕਸ ਦੀ ਸਿਕ੍ਰੇਸ਼ਨ ਹੋਏਗੀ। ਨੈਕਸਟ ਹੈ ਪ੍ਰੋਪੋਲਿਸ। ਪ੍ਰੋਪੋਲਿਸ ਜਿਹੜੀ ਹੈ ਇਹ ਪੋਲਨ, ਜੋ ਇਸ ਪੋਲਨ ਬਾਸਕਟ ਦੇ ਵਿੱਚ ਕਲੈਕਟ ਕਰਦੀਆਂ ਤਾਂ ਇਹ ਪੋਲਨ ਤੋਂ ਕੀ ਬਣਦੀਆਂ, ਪ੍ਰੋਪੋਲਿਸ ਬਣਦੀਆਂ। ਇਟ ਇਜ਼ prepared from a plant substance pollen called propolis. The propolis gives the wax a hardy nature. ਜਿਹੜੀ ਹਾਰਡੀ ਨੇਚਰ ਜਿਹੜੀ ਮਿਲੇਗੀ ਹਾਈਵ ਨੂੰ ਜਾਂ ਵੈਕਸ ਨੂੰ, ਉਹ ਕੌਣ ਦੇਗਾ, ਉਹ ਦੇਗਾ ਪ੍ਰੋਪੋਲਿਸ। ਤਾਂ ਇਸ ਦੇ ਨਾਲ ਇਹ ਵਾਲਾ ਟੌਪਿਕ ਕੰਪਲੀਟ ਆ। ਜੋ ਚੀਜ਼ਾਂ ਕਹੀਆਂ ਮੇਨ ਉਸ ਤੇ ਬਸ ਫੋਕਸ ਕਰਨਾ। ਤਾਂ ਅੱਜ ਲਈ ਇੰਨਾ ਹੀ, ਥੈਂਕ ਯੂ।